हेलो एवरीवन, वेलकम टू माय यूट्यूब चैनल टर्निंग पॉइंट विद डॉक्टर मीनू। ਅੱਜ ਦੀ ਵੀਡੀਓ ਹੈ ਜੋ ਉਹ 8th ਕਲਾਸ ਦਾ ਚੈਪਟਰ ਨੰਬਰ 16 ਸੰਖਿਆਵਾਂ ਦੇ ਨਾਲ ਖੇਡਣਾ। ਇਸ ਨੂੰ ਅਸੀਂ ਇਹਦੇ ਕੁਐਸਚਨਸ ਨੂੰ ਸੋਲਵ ਕਰਾਂਗੇ। ਬਹੁਤ ਹੀ ਇੰਟਰਸਟਿੰਗ ਬੇਟਾ ਇਹ ਚੈਪਟਰ ਹੈ। ਇਹਦੇ ਵਿੱਚ ਤੁਹਾਨੂੰ ਪਤਾ ਚੱਲੇਗਾ ਕਿ ਕਿਸ ਤਰ੍ਹਾਂ ਤੁਸੀਂ ਨੰਬਰਸ ਦੇ ਨਾਲ ਖੇਡ ਸਕਦੇ ਆ, ਕਿਸ ਤਰ੍ਹਾਂ ਪੈਟਰਨ ਇਹਦੇ ਬਣਦੇ ਨੰਬਰਸ ਦੇ ਤੇ ਹੋਰ ਵੀ ਬਹੁਤ ਕੁਝ। ਸੋ ਚਲੋ ਸਟਾਰਟ ਕਰਦੇ ਹਾਂ ਵੀਡੀਓ। ਸੰਖਿਆਵਾਂ ਦੇ ਵਿਆਪਕ ਰੂਪ ਨੂੰ ਤੇ ਸੰਖਿਆਵਾਂ ਨੂੰ ਸਧਾਰਨ ਰੂਪ ਦੇ ਵਿੱਚ ਲਿਖਣਾ ਸਿੱਖਣਾ ਹੈ ਬੇਟਾ। ਇਹਦੇ ਵਿੱਚ ਹੈ ਜੋ ਕੋਸ਼ਿਸ਼ ਕਰੋ ਵਾਲਾ ਪੋਰਸ਼ਨ ਹੈ, ਹੇਠ ਲਿਖੀਆਂ ਸੰਖਿਆਵਾਂ ਨੂੰ ਵਿਆਪਕ ਰੂਪ ਵਿੱਚ ਲਿਖੋ। ਹੁਣ ਵਿਆਪਕ ਰੂਪ ਦਾ ਮਤਲਬ ਕੀ ਹੁੰਦਾ ਕਿ ਜਿੱਦਾਂ ਸਾਡੇ ਕੋਲ ਕੀ ਹੈ, ਨੰਬਰ 25 ਹੈ। 25 ਨੂੰ ਅਸੀਂ ਕਿਸ ਤਰ੍ਹਾਂ ਲਿਖ ਸਕਦੇ ਹਾਂ? 25 ਨੂੰ ਲਿਖਣ ਦਾ ਮੈਥਡ ਕੀ ਹੁੰਦਾ? ਬੇਸਿਕਲੀ 10 × 2 + 5। ਹੁਣ ਜਿਹੜਾ 5 ਹੈ ਇਹ ਕੀ ਹੁੰਦਾ? ਤੁਹਾਡੇ ਕੋਲ ਇੱਕ ਇਕਾਈ ਦਾ ਅੰਕ ਹੁੰਦਾ, ਇਹ ਕੀ ਹੁੰਦਾ? ਦਹਾਈ ਦਾ ਅੰਕ। ਠੀਕ ਹੈ, ਯੂਨਿਟ ਪਲੇਸ ਹੁੰਦਾ, ਇਹ ਟੈਂਸ ਪਲੇਸ ਹੈ। 5 ਤੇ 20 ਨਹੀਂ, 25 ਨੂੰ ਅਸੀਂ ਕਿਸ ਤਰ੍ਹਾਂ ਲਿਖ ਸਕਦੇ ਹਾਂ? 10 × 2 + 5 ਲਿਖ ਸਕਦੇ ਹਾਂ। ਤੇ ਇਸ ਤਰ੍ਹਾਂ ਜਦੋਂ ਅਸੀਂ ਲਿਖਦੇ ਹਾਂ ਨੰਬਰਸ ਨੂੰ, ਤੇ ਉਹ ਕੀ ਹੁੰਦਾ? ਦਾ ਵਿਆਪਕ ਰੂਪ ਹੈ। 73 ਨੂੰ ਕਿਸ ਤਰ੍ਹਾਂ ਲਿਖ ਸਕਦੇ ਹਾਂ? 10 ਨੂੰ 7 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ 70 ਬਣੇਗਾ। 70 ਵਿੱਚ ਇਹਦਾ ਜੋ ਇਕਾਈ ਵਾਲਾ ਅੰਕ ਹੈ ਉਹਨੂੰ ਅਸੀਂ ਐਡ ਕਰ ਦਾਂਗੇ। ਸੋ ਇਸ ਤਰ੍ਹਾਂ ਇਹਦਾ ਕੀ ਬਣਦਾ? ਇਹ ਵਿਆਪਕ ਰੂਪ ਹੈ। ਸੈਕਿੰਡ ਕੀ ਇਹਦਾ? ਸਧਾਰਨ ਰੂਪ। ਹੁਣ ਇਹਦਾ ਮਤਲਬ ਕੀ ਹੈ? ਤੁਸੀਂ ਇਹ ਵਾਲੇ ਨੰਬਰ ਨੂੰ ਇਸ ਵਾਲੇ ਨੰਬਰ 'ਚ ਇੱਦਾਂ ਸਿੰਪਲ ਨੰਬਰ ਦੇ ਵਿੱਚ ਕਨਵਰਟ ਕਰਨਾ। ਹੁਣ ਜਿੱਦਾਂ 10 × 5 ਹੈ, 10 × 5 ਕਿੰਨਾ ਦਾ? 50 50 + 6 50 + 6 ਇਜ਼ 56। ਸੋ ਇਹ ਬੇਟਾ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵਾ ਕਿ ਵਿਆਪਕ ਰੂਪ ਤੇ ਸਧਾਰਨ ਰੂਪ ਅਸੀਂ ਕਿਸ ਤਰ੍ਹਾਂ ਲਿਖਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਮੇਨ ਇੰਟਰਸਟਿੰਗ ਦੇਖੋ ਜੋ ਚੀਜ਼ ਹੈ ਇਹਦੇ ਵਿੱਚ, ਸੰਖਿਆਵਾਂ ਦੇ ਨਾਲ ਖੇਡਾਂ, ਜੋ ਕਿ ਚੈਪਟਰ ਦਾ ਦੇਖੋ ਨਾਮ ਹੀ ਹੈ। ਦੇਖੋ ਕਿਸ ਤਰ੍ਹਾਂ ਇਹਨਾਂ ਨੇ ਬਹੁਤ ਹੀ ਅੱਛਾ ਤੁਹਾਡੇ ਬੁੱਕ ਦੇ ਵਿੱਚ ਐਗਜ਼ਾਮਪਲਸ ਦੇ ਨਾਲ ਐਕਸਪਲੇਨ ਕੀਤਾ ਹੋਇਆ ਹੈ। ਇਹਦੇ ਵਿੱਚ ਮੀਨਾਕਸ਼ੀ ਤੇ ਸੁੰਦਰਮ ਦੀ ਗੱਲਬਾਤ ਨੂੰ ਇਹਦੇ ਵਿੱਚ ਦਿਖਾਇਆ ਗਿਆ। ਦੇਖੋ ਮੀਨਾਕਸ਼ੀ ਤੇ ਸੁੰਦਰਮ ਦੇ ਵਿੱਚ ਜੋ ਕੋਈ ਗੱਲਬਾਤ ਹੋ ਰਹੀ ਹੈ ਉਹਦੇ ਅਕੋਰਡਿੰਗ ਕੀ ਹੈ, ਕੁਝ ਨੰਬਰ ਨੂੰ ਸੋਚਣ ਦੇ ਬਾਰੇ ਕਹਿ ਰਹੀ ਹੈ ਤੇ ਉਹ ਉਹਦੇ ਆਨਸਰ ਦੇ ਬਾਰੇ ਪ੍ਰੈਡਿਕਟ ਕਰ ਰਹੀ ਹੈ। ਦੇਖੋ ਕੀ ਹੈ, ਮੀਨਾਕਸ਼ੀ ਨੇ ਕੀ ਕਿਹਾ ਕਿ 2 ਅੰਕਾਂ ਦੀ ਸੰਖਿਆ ਨੂੰ ਤੁਸੀਂ ਚੂਜ਼ ਕਰੋ, ਚੁਣਨਾ ਹੈ। ਉਹਨੇ ਕਿੰਨੀ ਸੰਖਿਆ ਲੈ ਲਈ? ਕਿੰਨਾ ਨੰਬਰ ਲਿਆ? 49। 2 ਅੰਕਾਂ ਵਾਲੀ ਹੋ ਗਿਆ ਨਾ, ਇਕਾਈ ਦਾ ਅੰਕ ਹੋ ਗਿਆ, ਦਹਾਈ ਦਾ ਅੰਕ ਹੋ ਗਿਆ। ਫਿਰ ਮੀਨਾਕਸ਼ੀ ਨੇ ਕੀ ਬੋਲਿਆ? ਨਵੀਂ ਸੰਖਿਆ ਪ੍ਰਾਪਤ ਕਰਨ ਦੇ ਲਈ ਅੰਕਾਂ ਨੂੰ ਉਲਟ ਦਿਓ। ਅੰਕਾਂ ਨੂੰ ਉਲਟ ਦਾ ਮਤਲਬ ਇਕਾਈ ਵਾਲੇ ਅੰਕ ਨੂੰ ਦਹਾਈ ਵਾਲੇ ਤੇ ਦਹਾਈ ਨੂੰ ਇਕਾਈ ਵਾਲੇ 'ਚ ਕਨਵਰਟ ਕਰ ਦਿਓ ਤਾਂ ਕਿੰਨਾ ਬਣ ਗਿਆ ਤੁਹਾਡੇ ਕੋਲ ਨੰਬਰ? ਨਿਊ ਨੰਬਰ ਕਿੰਨਾ ਬਣ ਗਿਆ? 94। 94 ਆ ਗਿਆ। ਫਿਰ ਉਸਨੇ ਕੀ ਬੋਲਿਆ ਹੋਇਆ? ਉਸ ਸੰਖਿਆ ਵਿੱਚ ਜੋੜੋ। ਇਹ ਵਾਲੀ 94 ਨੂੰ ਕਿਸ ਸੰਖਿਆ ਵਿੱਚ ਜੋੜੋ ਜਿੱਥੋਂ ਸ਼ੁਰੂ ਕੀਤਾ ਸੀਗਾ? 94 ਨੂੰ ਕਿਹਦੇ ਵਿੱਚ ਐਡ ਕਰਨਾ? ਮਤਲਬ 49 ਦੇ ਵਿੱਚ। 94 ਤੇ 49 ਨੂੰ ਐਡ ਕਰ ਦਿੱਤਾ ਤੇ ਕਿੰਨਾ ਬਣ ਗਿਆ? 143 ਆ ਗਿਆ। ਅੱਗੇ ਮੀਨਾਕਸ਼ੀ ਨੇ ਕੀ ਬੋਲਿਆ? ਹੁਣ ਪ੍ਰਾਪਤ ਸੰਖਿਆ ਨੂੰ 11 ਨਾਲ ਭਾਗ ਦਿਓ। 11 ਨਾਲ ਡਿਵਾਈਡ ਕਰਨਾ। 11 ਨਾਲ ਡਿਵਾਈਡ ਕਰਨਾ ਇਹਨਾਂ ਨੇ ਕੀ ਕੀਤਾ? ਜਦੋਂ 143 ਆਇਆ ਸੀ, 143 ਨੂੰ ਕਿਹਦੇ ਨਾਲ ਡਿਵਾਈਡ ਕਰ ਦਿੱਤਾ? 11 ਦੇ ਨਾਲ ਡਿਵਾਈਡ ਕੀਤਾ। 11 ਦੇ ਨਾਲ ਡਿਵਾਈਡ ਕੀਤਾ ਤੇ ਕਿੰਨਾ ਆਨਸਰ ਆ ਗਿਆ? 13 ਆ ਗਿਆ। ਠੀਕ ਹੈ, 143 ਹੈ, ਤੁਸੀਂ ਇਹਨੂੰ ਇਸ ਤਰ੍ਹਾਂ 11 ਦੇ ਨਾਲ ਡਿਵਾਈਡ ਕਰਕੇ ਦੇਖ ਸਕਦੇ ਹੋ। ਇੱਥੇ ਕਿੰਨਾ ਬਣ ਗਿਆ? 11, ਇਹ ਬਣ ਗਿਆ 33, ਇੱਥੇ ਕਿੰਨਾ ਆ ਗਿਆ? 33 ਤੇ ਬਾਕੀ ਕਿੰਨਾ ਬਚ ਗਿਆ? 0। ਤੇ ਬਾਕੀ ਦੇਖੋ ਕਿੰਨਾ ਇਹਨੇ ਕੀ ਪੁੱਛਿਆ? ਹੁਣ ਕੋਈ ਬਾਕੀ ਨਹੀਂ ਹੋਵੇਗਾ, ਮੀਨਾਕਸ਼ੀ ਨੇ ਉਹਨੂੰ ਦੱਸ ਦਿੱਤਾ। ਤੇ ਉਸ ਤੋਂ ਬਾਅਦ ਰਿਐਕਸ਼ਨ ਸੁੰਦਰਮ ਦਾ ਕੀ ਸੀ ਕਿ ਹਾਂ ਤੁਸੀਂ ਠੀਕ ਕਹਿੰਦੇ ਹੋ, ਪਰ ਤੁਹਾਨੂੰ ਕਿਵੇਂ ਪਤਾ ਲੱਗਿਆ? ਕਿਸ ਤਰ੍ਹਾਂ ਪਤਾ ਲੱਗਿਆ ਕਿ ਆਨਸਰ ਜੋ ਹੈ ਉਹ 0 ਬਚਦਾ? ਹੁਣ ਇਹ ਵਾਲੀ ਚੀਜ਼ ਕੀ ਹੈ? ਇਹਦਾ ਟੈਕਟ ਸੀ ਮੀਨਾਕਸ਼ੀ ਦਾ, ਜੋ ਕਿ ਕੀ ਨੰਬਰਸ ਦੇ ਨਾਲ ਖੇਡ ਰਹੀ ਸੀ, ਜੋ ਕਿ ਪ੍ਰੈਡਿਕਟ ਕਰ ਦਿੱਤਾ ਜਿਹਨੇ ਕਿ ਜੋ ਤੁਹਾਡੇ ਕੋਲ ਰਿਮਾਈਂਡਰ ਹੈ, ਜੋ ਬਾਕੀ ਬਚਦਾ ਉਹ ਕੀ ਹੋਏਗਾ? 0 ਹੋਏਗਾ। ਹੁਣ ਬੇਸਿਕਲੀ ਦੇਖੋ ਉਹਨੇ ਕੀ ਕੀਤਾ ਸੀ, ਨੰਬਰਸ ਦੇ ਨਾਲ ਉਹਨੇ ਕਿਸ ਤਰ੍ਹਾਂ ਖੇਲਿਆ ਸੀ। ਸੋ ਇਹਦਾ ਪ੍ਰੋਸੀਜਰ ਦੇਖਦੇ ਹਾਂ, ਤੁਹਾਡੀ ਬੁੱਕ ਵਿੱਚ ਅੱਗੇ ਦੱਸਿਆ ਹੋਇਆ ਇਹਨਾਂ ਨੇ। ਟ੍ਰਿਕ ਦੇ ਵਿੱਚ ਦੇਖੋ ਕੀ ਹੈ, ਇਹਨੇ ਮੀਨਾਕਸ਼ੀ ਦਾ ਟ੍ਰਿਕ ਕੀ ਸੀ? ਉਹਨੇ ਕੀ ਬੋਲਿਆ ਸੀਗਾ ਕਿ ਸੰਖਿਆ ਨੂੰ ਮੰਨ ਲਓ ਕਿ ਸੰਖਿਆ AB ਚੁਣ ਲਈ ਉਹਨੇ। ਸੰਖਿਆ AB ਜੋ ਮੈਂ ਤੁਹਾਨੂੰ ਦੱਸ ਦਿੱਤਾ ਹੋਇਆ ਕਿ ਬੇਟਾ 2 ਅੰਕਾਂ ਵਾਲੀ ਸੰਖਿਆ ਨੂੰ ਅਸੀਂ ਕਿਸ ਤਰ੍ਹਾਂ ਲਿਖ ਸਕਦੇ ਹਾਂ? 10 × 10 ਗੁਣਾ ਦਹਾਈ ਦਾ ਅੰਕ ਪਲੱਸ ਇਕਾਈ ਦਾ ਅੰਕ, ਇਸ ਤਰ੍ਹਾਂ ਲਿਖ ਸਕਦੇ ਸੰਖੇਪ ਰੂਪ ਵਿੱਚ। ਫਿਰ ਅੰਕਾਂ ਨੂੰ ਪਲਟਣ ਵਾਸਤੇ ਕਿਹਾ ਤੇ ਇਕਾਈ ਤੇ ਦਹਾਈ ਦਾ ਅੰਕ ਇਹ ਵਾਲਾ ਬਣ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਜੋੜਨ ਵਾਸਤੇ ਕਿਹਾ, ਦੋਨਾਂ ਨੂੰ ਜੋੜ ਦਿੱਤਾ ਤੇ ਕੀ ਬਣ ਗਿਆ? 10A + B + 10B + A, ਦੋਨਾਂ ਨੂੰ ਜੋੜਿਆ ਤੇ 10A ਤੇ A, ਇਹ ਕਿੰਨਾ ਬਣ ਗਿਆ? 11A + 11B, ਇਹ ਬਣ ਗਿਆ 11 × 11 ਕਾਮਨ A + B। ਤਾਂ ਇਸ ਤਰ੍ਹਾਂ ਕੀ ਹੋ ਗਿਆ? ਇੱਥੇ ਜੇ 11 ਆ ਗਿਆ ਤੇ ਇਸ ਤਰ੍ਹਾਂ ਪ੍ਰਾਪਤ ਜਿਹੜਾ ਜੋੜ ਹਮੇਸ਼ਾ ਕੀ ਹੋਗਾ? 11 ਦਾ ਗੁਣਜ ਹੋਏਗਾ। ਗੁਣਜ ਮਤਲਬ ਮਲਟੀਪਲ ਹੋਏਗਾ। ਮਲਟੀ ਮਤਲਬ 11 ਦੇ ਪਹਾੜੇ 'ਤੇ ਸਾਰਾ ਡਿਵਾਈਡ ਹੋਏਗਾ 11 ਦੇ ਟੇਬਲ 'ਤੇ। ਹੁਣ ਜੇ 11 ਦੇ ਟੇਬਲ ਦੇ ਉੱਪਰ ਇਹ
ਡਿਵਾਈਡ ਹੁੰਦਾ ਪਿਆ ਵਾ, ਇਹਦਾ ਮਤਲਬ ਕੀ ਹੋ ਗਿਆ ਕਿ ਜੇਕਰ ਅਸੀਂ ਜੋੜ ਨੂੰ 11 ਨਾਲ ਭਾਗ ਕਰ ਦੇਵਾਂਗੇ ਤੇ ਭਾਗਫਲ ਜਿਹੜਾ ਵਾ ਉਹਦੇ ਵਿੱਚ ਕੀ ਪ੍ਰਾਪਤ ਹੋਏਗਾ, a + b। ਤੇ ਇਹ ਭਾਗਫਲ ਕੀ ਹੁੰਦਾ, ਚੁਣੀ ਹੋਈ ਜੋ ਸੰਖਿਆ b a ਦੇ ਅੰਕਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ, ਜੋ ਕਿ ਅਸੀਂ ਪਿਛਲੀ ਐਗਜ਼ਾਮਪਲ ਦੇ ਵਿੱਚ ਵੀ ਕੀਤਾ ਸੀ। ਠੀਕ ਹੈ ਬੇਟਾ, ਇਸ ਤਰ੍ਹਾਂ ਕੀ ਆ ਅਸੀਂ ਸੰਖਿਆਵਾਂ ਦੇ ਨਾਲ ਖੇਡ ਸਕਦੇ ਹਾਂ। ਬਹੁਤ ਅੱਛੀ ਐਗਜ਼ਾਮਪਲ ਦਿੱਤੀ ਹੋਈ ਬੁੱਕ ਦੇ ਵਿੱਚ ਬੇਟਾ। ਇਸ ਤਰ੍ਹਾਂ ਦੀ ਹੋਰ ਐਗਜ਼ਾਮਪਲਸ ਦਿੱਤੀਆਂ ਹੋਈਆਂ, ਐਗਜ਼ਾਮਪਲਸ ਤੁਸੀਂ ਖੁਦ ਪੜ੍ਹੋਗੇ। ਮੈਂ ਜੋ ਹੈ ਤੁਹਾਨੂੰ ਇਹਦਾ ਮੇਨ ਟੌਪਿਕ ਇੰਟਰਸਟਿੰਗ ਗੇਮਸ ਹੈ, ਤੁਸੀਂ ਬੇਟਾ ਖੁਦ ਟਰਾਈ ਕਰੋ ਆਪਣੇ ਫਰੈਂਡਸ ਦੇ ਨਾਲ। ਬਹੁਤ ਅੱਛੀ ਤਰ੍ਹਾਂ ਐਕਸਪਲੇਨ ਕੀਤਾ ਹੋਇਆ ਇਹਨਾਂ ਨੇ। ਉਸ ਤੋਂ ਬਾਅਦ ਮੈਂ ਜੋ ਮੇਨ ਤੁਹਾਡੇ ਕੋਲ ਮੇਨ ਟੌਪਿਕ ਹੈ ਜੋ ਉਹਦੇ ਉੱਪਰ ਆਉਂਦੀ ਹਾਂ, ਮੇਨ ਟੌਪਿਕ ਦੇ ਕੁਐਸਚਨਸ ਨੂੰ ਸਮਝਾ ਰਹੀ ਹਾਂ। ਇਹਦੇ ਵਿੱਚ ਹੈ ਮੇਨ ਟੌਪਿਕ ਜੋ ਇਹ ਹੈ ਅੰਕਾਂ ਦੇ ਲਈ ਅੱਖਰ। ਠੀਕ ਹੈ, ਕੁਛ ਨਾ ਕੁਛ ਜਿਹਨੂੰ ਕਹਿੰਦੇ ਤੁਸੀਂ ਬੁਝਾਰਤ ਪਹੇਲੀ ਕੋਈ ਸੋਲਵ ਕਰਨੀ ਆ, ਉਹਦੇ ਵਾਸਤੇ ਕੋਈ ਨਿਯਮ ਦਿੱਤੇ ਹੋਏ ਆ। ਨਿਯਮ ਦੇਖੋ ਕੀ ਹੈ, ਨਿਯਮ ਇਹ ਹੋਣਾ ਚਾਹੀਦਾ ਕਿ ਜਦੋਂ ਤੁਹਾਡੇ ਕੋਲ ਕੁਝ ਇਸ ਤਰ੍ਹਾਂ ਦਾ ਆਇਆ, ਤੁਹਾਨੂੰ ਫਾਈਂਡ ਆਊਟ ਕਰਨ ਵਾਸਤੇ ਬੋਲਿਆ, ਜਿੱਦਾਂ ਇੱਥੇ ਕੋਈ ਕਿਊ ਨੰਬਰ ਹੈ, ਇਹ ਵੀ ਕਿਊ ਹੈ, ਇਹ ਤੁਸੀਂ ਫਾਈਂਡ ਆਊਟ ਕਰਨਾ ਕਿ ਇਹਨਾਂ ਸਾਰਿਆਂ ਨੂੰ ਜੇ ਅਸੀਂ ਐਡ ਕਰੀਏ ਤਾਂ ਆਨਸਰ ਕਿੰਨਾ ਬਣਦਾ, 501 ਬਣਦਾ ਹੈ। ਅਤੇ ਰੂਲ ਦੇ ਅਕੋਰਡਿੰਗ ਕੀ ਆ ਕਿ ਜੋ ਨੰਬਰ ਹੈ ਉਹ ਰਿਪੀਟ ਨਹੀਂ ਹੋਏਗਾ। ਕੋਈ ਵੀ ਨੰਬਰ ਜਿੱਥੇ 3 1 ਆ ਚੁੱਕਾ ਦਾ ਮਤਲਬ ਕਿਊ ਜੋ ਹੈ ਉਹ ਨਾ ਤਾਂ 3 ਹੋ ਸਕਦਾ ਹੈ ਅਤੇ ਨਾ ਹੀ ਉਹ 1 ਹੋ ਸਕਦਾ ਹੈ। ਇਹ ਹੈਗਾ ਇਹਦਾ ਰੂਲ, ਮਤਲਬ ਕੋਈ ਵੀ ਅੰਕ ਰਿਪੀਟ ਨਹੀਂ ਹੋਣਾ ਚਾਹੀਦਾ। ਅਤੇ ਸੈਕਿੰਡ ਕੀ ਇਹਦਾ ਨਿਯਮ ਕਿ ਇੱਕ ਸੰਖਿਆ ਦਾ ਪਹਿਲਾ ਅੰਕ ਹੈ ਜੋ ਸਿਫਰ ਨਹੀਂ ਹੋ ਸਕਦਾ। ਜਿੱਦਾਂ ਕਿ ਜੇ 63 ਦੀ ਗੱਲ ਕਰਦੇ ਹਾਂ, 63 ਨੂੰ ਆਪਾਂ 63 ਹੀ ਲਿਖਾਂਗੇ, 063 ਨਹੀਂ ਲਿਖ ਸਕਦੇ, ਕਿਉਂਕਿ ਇਹਦਾ ਪਹਿਲਾ ਜੋ ਡਿਜਿਟ ਹੈ, ਪਹਿਲਾ ਜੋ ਨੰਬਰ ਹੈ ਉਹ 0 ਨਾਲ ਸਟਾਰਟ ਨਹੀਂ ਹੋ ਸਕਦਾ ਕੋਈ ਵੀ। ਸੋ ਚਲੋ ਕਰਦੇ ਹਾਂ ਇਹਦੇ ਨਾਲ ਦੇ ਸਮ। ਹੁਣ ਇਹਦੇ ਵਿੱਚ ਦੇਖੋ q + 3 ਜੋ ਹੈ ਉਹ ਕਿੰਨਾ ਆਉਂਦਾ ਪਿਆ, 1 ਆ ਰਿਹਾ। q + 3 1 ਆ ਰਿਹਾ। ਇਹਦਾ ਮਤਲਬ ਦੇਖੋ ਕੀ ਹੋ ਗਿਆ ਕਿ ਇੱਥੇ ਆਪਾਂ ਮੰਨ ਲਓ ਕਿ 8 ਜੇ ਰੱਖ ਦਈਏ, 8 + 3 ਕਿੰਨਾ ਹੁੰਦਾ 11, ਇੱਥੇ 1 ਬਣ ਜਾਏਗਾ ਅਤੇ ਕੈਰੀ ਵੀ ਕਿੰਨਾ ਆਏਗਾ 1 ਆਏਗਾ। ਅਤੇ ਜੇ q ਨੂੰ ਅਸੀਂ 8 ਰੱਖਿਆ ਇੱਥੇ, ਜੇ ਆਹ ਨੰਬਰ 8 ਬਣ ਗਿਆ, 8 + 1 9, ਅਤੇ 9 + 1 ਕਿੰਨਾ ਬਣ ਗਿਆ 10, 0 ਅਤੇ ਕੈਰੀ ਦਾ ਕਿੰਨਾ ਆ ਗਿਆ 1, 3 4 ਐਂਡ 5। ਸੋ ਇਸ ਤਰ੍ਹਾਂ q ਨੂੰ ਇਹਦਾ ਮਤਲਬ ਕੀ ਹੋ ਗਿਆ ਕਿ q ਦੀ ਵੈਲਿਊ ਕਿੰਨੀ 8 ਆ ਗਈ ਹੈ। ਜੇ q 8 ਆ ਗਿਆ ਤਾਂ ਸਾਡੇ ਕੋਲ ਕੰਡੀਸ਼ਨ ਜਿਹੜੀ ਸੈਟਿਸਫਾਈ ਹੋਊਗੀ, ਸਾਡੇ ਕੋਲ ਆਨਸਰ ਜੋ ਹੈ ਉਹ 501 ਬਣ ਜਾਂਦਾ ਹੈ। ਠੀਕ ਹੈ, ਸੋ ਸੈਕਿੰਡ ਕੁਐਸਚਨ ਦੇਖੋ ਕੀ ਹੈ, a ਅਤੇ b ਪਤਾ ਕਰਨਾ। ਦੇਖੋ a ਅਤੇ ਇੱਥੇ ਆਨਸਰ ਦੇ ਵਿੱਚ ਵੀ ਕਿੰਨਾ a ਹੈ। ਇਹਦਾ ਮਤਲਬ ਸਾਨੂੰ ਕੋਈ ਇੱਕ ਇੱਦਾਂ ਦਾ ਨੰਬਰ ਲੱਭਣਾ ਚਾਹੀਦਾ ਜਿਨ੍ਹਾਂ ਨੂੰ ਐਡ ਕਰਨ 'ਤੇ ਸੇਮ ਇਕਾਈ ਦਾ ਅੰਕ ਆਵੇ, ਯੂਨਿਟ ਡਿਜਿਟ ਸੇਮ ਹੋਵੇ। ਜਿੱਦਾਂ ਕਿ ਮੰਨ ਲਓ ਸਾਡੇ ਕੋਲ 0 0 0 ਹੋਵੇ, 0 + 0 + 0 0 ਬਣ ਸਕਦਾ ਹੈ। ਜਾਂ ਤਾਂ ਸਾਡੇ ਕੋਲ 5 5 5 5 + 5 + 5 ਕਿੰਨਾ ਹੁੰਦਾ 15, 15 ਦਾ ਇਕਾਈ ਦਾ ਜਿਹੜਾ ਅੰਕ ਹੈ ਉਹ 5 ਹੁੰਦਾ ਅਤੇ ਕੈਰੀ ਬਣ ਜਾਂਦਾ 1। ਠੀਕ ਹੈ, ਜਾਂ ਤਾਂ 0 ਬਣੇਗਾ ਜਾਂ ਤਾਂ 1 ਬਣੇਗਾ, ਬਟ ਅਸੀਂ ਇੱਥੇ ਇਹਨੂੰ 0 ਨਹੀਂ ਲੈ ਸਕਦੇ ਨੰਬਰ ਨੂੰ। ਜੇ ਆਪਾਂ ਨੰਬਰ ਨੂੰ 0 ਲੈਂਦੇ ਹਾਂ ਤਾਂ ਇਹ 0 ਅਤੇ b ਵੀ 0 ਬਣ ਜਾਏਗਾ। ਠੀਕ ਹੈ, ਇਹਦਾ ਕੰਡੀਸ਼ਨ ਸੈਟਿਸਫਾਈ ਨਹੀਂ ਹੁੰਦੀ। ਇਹਦਾ ਮਤਲਬ ਕੀ ਹੈ, a ਦਾ ਜੋ ਨੰਬਰ ਹੈ ਉਹ ਕਿੰਨਾ ਆ ਸਕਦਾ 5 ਬਣ ਸਕਦਾ, 5 ਬਣੇਗਾ। ਤੁਸੀਂ ਹੋਰ ਵੀ ਲੈ ਕੇ ਦੇਖ ਸਕਦੇ ਹੋ। ਜੇ ਮੰਨ ਲਓ ਅਸੀਂ a ਨੂੰ 2 ਲੈਂਦੇ ਹਾਂ, 2 2 2 ਅਤੇ ਇਹ ਕਿੰਨਾ ਬਣ ਗਿਆ 6 ਬਣਦਾ ਹੁੰਦਾ। ਮਤਲਬ ਕਿ ਜੋ ਨੰਬਰ ਅਸੀਂ ਇੱਥੇ ਲੈ ਰਹੇ ਹਾਂ ਉਹੀ ਨੰਬਰ ਇੱਥੇ ਆਉਣਾ ਚਾਹੀਦਾ ਆ। ਜਿੱਦਾਂ ਇੱਥੇ a ਹੈ ਅਤੇ ਇੱਥੇ ਵੀ a ਹੈ। ਜੇ ਇੱਥੇ 5 5 5 ਲੈਂਦੇ ਇਹਨਾਂ ਦਾ ਸਮ ਕਰਦੇ ਤਾਂ 5 ਹੀ ਆ ਰਿਹਾ। ਇਹਨੂੰ ਬੇਟਾ ਬਿਲਕੁਲ ਧਿਆਨ ਨਾਲ ਸਮਝੋ, ਇੱਥੇ 5 ਹੀ ਬਣੇਗਾ। ਜੇ 5 ਅਸੀਂ ਇੱਥੇ ਲੈ ਰਹੇ ਹਾਂ ਤਦ ਸਾਡੇ ਕੋਲ ਕੈਰੀ ਫਾਰਵਰਡ ਕਿੰਨਾ ਬਣ ਗਿਆ, ਕੈਰੀ 1 ਬਣ ਜਾਏਗਾ ਅਤੇ b ਦੀ ਜਗ੍ਹਾ 'ਤੇ ਫਿਰ ਕਿੰਨਾ ਆ ਜਾਏਗਾ 1 ਆਏਗਾ। ਕਿ ਜੇ a ਨੂੰ ਅਸੀਂ 0 ਲੈ ਲੈਂਦੇ ਹਾਂ ਅਤੇ ਜੋੜਫਲ ਕਿੰਨਾ 0 ਬਣ ਜਾਏਗਾ ਅਤੇ ਇਹਦੇ ਨਾਲ b ਵੀ 0 ਹੋ ਜਾਏਗਾ ਅਤੇ ਇਹਦੇ ਨਾਲ ਕੀ ਹੋ ਜਾਏਗਾ a = b, ਮਤਲਬ a ਵੀ 0 ਹੋ ਜਾਏਗਾ ਅਤੇ b ਵੀ 0 ਹੋ ਜਾਏਗਾ। ਅਤੇ ਰੂਲ ਜੋ ਸੀ, ਰੂਲ ਦੇ ਅਕੋਰਡਿੰਗ ਕੀ ਸੀ ਕਿ ਕੋਈ ਵੀ ਨੰਬਰ ਹੈ ਜੋ ਉਹ ਸੇਮ ਨਹੀਂ ਹੋਣਾ ਚਾਹੀਦਾ। a ਅਤੇ b ਦੇਖੋ ਇਕੁਅਲ ਬਣ ਗਏ, ਇਸ ਕਰਕੇ a ਨੂੰ ਅਸੀਂ 0 ਨਹੀਂ ਲੈ ਸਕਦੇ। ਸੋ ਅਸੀਂ a ਨੂੰ ਕਿੰਨਾ ਲੈ ਲਿਆ 5 ਲੈ ਲਿਆ, ਅਤੇ ਇੱਥੇ ਆਨਸਰ ਕਿੰਨਾ ਬਣਨਾ 5 ਆਏਗਾ। ਹਾਂਜੀ, ਇੰਟਰਸਟਿੰਗ ਟਾਈਪ ਹੈ। ਦੇਖੋ ਕੀ ਗਿਵਨ ਇਹਦੇ ਵਿੱਚ 3a 2 5 ਹੈ ਅਤੇ ਇੱਥੇ ਕੀ ਹੈ b2। ਹੁਣ ਇਹਦੇ ਵਿੱਚ ਕੀ ਆ a 5 ਐਂਡ 2, ਇਹਦਾ ਮਤਲਬ ਪਲੱਸ ਕਰ ਰਹੇ ਆ, a + 5 = 2 ਆ ਰਿਹਾ, a + 5 = 2। ਅਤੇ ਇੱਥੇ ਕਿੰਨਾ ਨੰਬਰ ਹੋਣਾ ਚਾਹੀਦਾ 7 + 5, ਜੇ ਅਸੀਂ 7 ਅਤੇ 5 ਕਰੀਏ ਤਾਂ 12 ਹੁੰਦੇ, ਇੱਥੇ ਤਾਂ 2 ਬਣ ਸਕਦਾ। ਇਹਦਾ ਮਤਲਬ a ਨੂੰ ਅਸੀਂ 7 ਇੱਥੇ ਰੱਖ ਕੇ ਦੇਖਦੇ ਹਾਂ। ਦੇਖੋ 7 + 5 ਕਿੰਨਾ ਹੋ ਗਿਆ 12, ਇੱਥੇ ਅੱਗੇ ਆਉਣਾ 2, ਇਹ ਤਾਂ ਕੈਰੀ ਫਾਰਵਰਡ ਕਿੰਨਾ ਬਣ ਜਾਏਗਾ 1 ਆ ਜਾਏਗਾ। ਫਿਰ 3 + 2 + 1 6 ਬਣ ਜਾਏਗਾ ਅਤੇ ਇਹਦੀ ਜਗ੍ਹਾ 'ਤੇ ਕਿੰਨਾ ਬਣੇਗਾ ਫਿਰ b ਦੀ ਜਗ੍ਹਾ 'ਤੇ ਆ ਜਾਏਗਾ 6। ਸੋ ਇਸ ਕੇਸ ਦੇ ਵਿੱਚ ਸਾਡੇ ਕੋਲ a ਦੀ ਵੈਲਿਊ ਕਿੰਨੀ ਆ ਗਈ, a ਆ ਗਿਆ 7
ਤੇ B ਕਿੰਨਾ ਬਣ ਗਿਆ 6 आ गया। सो फस्ट क्वेश्चन इहदा हो गया। सैकेंड क्वेश्चन देखो की है। सैकेंड क्वेश्चन दे विच हुण असी तीन डिजिट फाइंड आउट करने, एक A एक B एंड एक C। हुण इत्थे 8 है तो इत्थे 3 बन रहा। इत्थे 8 विच कितना नंबर ऐड करिए ताकि 3 बने, क्योंकि 8 दे विच 5 जोड़ दिए तो 13 बनेगा। जे इत्थे 3 आ गया तो इत्थे कैरी फॉरवर्ड कितना बनेगा 1, तो ये चीज़ कितनी बनेगी 9 + 1 10 + 4 14, तो ये आ गया 4, तो कैरी फॉरवर्ड 1 आ गया, तो कैरी C का कितना बन गया 1। ਇਹਦਾ मतलब A कितना हो गया 5, B 4 एंड C 1 है 1 है। हुण इत्थे देखो A मल्टीप्लाई हो रहा, मतलब एक इदां दा नंबर असीं लभना वा कि जिन्हों दो नंबर नूं मल्टीप्लाई करन तो बाद जो उहदा यूनिट डिजिट है वो भी A आना चाहिए। फॉर एग्जाम्पल मान लो जे मैं 2 × 2 लै रही हाँ, दोनों नंबर सेम है, तो यदा आंसर कितना बनता पे 4। 2 इत्थे भी 2 बनना चाहिए सी, पर जब कितने 4 है मतलब A जिहड़ा है वो 2 नहीं हो सकता। 3 देख लो, 3 × 3 कितना होंदा 9, 3 नूं 3 नाल मल्टीप्लाई किया 9 बन गया, इसका मतलब A जिहड़ा है वो 9 भी नहीं हो सकता। एक तो A कितना हो सकता 0, 0 × 0, 0 नूं 0 नाल मल्टीप्लाई करें तो 0 बनेगा। जे A 0 हो गया, 0 नूं असीं इन्हां मल्टीप्लाई करांगे तो इत्थे भी आंसर 0 बनेगा, जद कि इत्थे कितना 9, इसका मतलब A जो है वो 0 भी नहीं हो सकता, 0 नहीं हो सकता। 1 इत्थे ऑलरेडी नंबर है, नंबर रिपीट नहीं हो सकता, इस करके A नूं असीं 1 भी नहीं लै सकते, 3 भी नहीं लै सकते, 4 भी नहीं लै सकते, क्योंकि 4 × 4 कितना होंदा 16। यूनिट डिजिट कितना बन गया देखो 4 × 4 कितना बनेगा 16 बनेगा, जद कि 4 सेम नंबर आना चाहिए। हुण बचा 5, देखो 5 नूं तुसीं 5 नाल मल्टीप्लाई करदे आ तो 25 हुंदा है, तो यूनिट डिजिट सेम आ गया ना 5 × 5 इत्थे भी आ गया 5, इसका मतलब A नूं असीं की लै सकते हैं 5 लै सकते हैं। सो थर्ड क्वेश्चन देखो कितना बन सकता, इत्थे 1 है, इत्थे 5 है, इत्थे भी असीं 5 लिया, 5 नूं 5 नाल मल्टीप्लाई किया तो कितना बन गया 25, 25 इहदा 5 आ गया, इत्थे कितना बन गया 2, 5 × 1 कितना बन गया 5, तो ये कितना बन गया 7, बट साढ़े कोल की है इत्थे 9, इसका मतलब 5 भी A जो है वो 5 भी नहीं हो सकता। फिर नैक्सट सानूं एक होर नंबर सोचना पएगा इदां दा। हुण असीं की लै लैंदे इहनूं 6 लैके देखदे, देखो 6 × 6, 6 × 6 इहनूं मल्टीप्लाई किया 36, ये भी नंबर की है सेम आ रहा। हुण देखो इहनूं आपां 6 लैके देखदे हैं, इत्थे भी 6 लैके देखदे हैं, ये कितना बन गया 36, 6 आ गया तो कैरी कितना आ गया 3, 6 + 3 कितना बन गया 9, सो 96 बन गया। ਇਹਦਾ मतलब की हो गया E की वैल्यू इत्थे कितनी आएगी 6 आएगी। ठीक है, इस तरह बेटा असीं इहनूं सोचना बिल्कुल पहला सोच किद्दां सी सोचना किद्दां समूह तुहानूं पहला वो चीज़ पता होनी चाहिए है। हुण इत्थे की एडिशन प्लस कर रहे हैं, दो नंबर असीं फाइंड आउट करने हैं किहड़े एक A है तो एक B आ। ठीक है, इत्थे 7 आ तो इत्थे भी की बनदा पिया जिहड़ा नंबर इत्थे आ उही नंबर इत्थे आना चाहिए। 3 आ 7 आ 6 आ, इसदा मतलब 3 7 ते 6 ये नंबर नहीं होने चाहिए। क्यों? क्योंकि नंबर जो है रिपीट नहीं हो सकते। किहनूं सोचना सी A नूं ते B नूं। बेटा ए वाला ये देखो हुण इहदे विच दो चीज़ां सानूं फाइंड आउट करन नूं कहीआं होईआं, इहदे विच एक है A 3 ते 6 है, इसदा मतलब की हो गया A + 3 जो करते हो 6 नंबर आ रहा, 6 आना चाहिए। हुण जां तां A कितना हो सकता 3 हो सकता, क्योंकि 3 + 3 कितना 6 है, तो जां तां A हो सकता 2, 2 + 3 कितना बनता 5, जब जे इधरों एक कैरी फॉरवर्ड होकर भी आया तो वो साढ़े कोल कितना बनेगा 3 + 2 5 तो एक 6 बन सकता। हुण ए दे लई दो ऑप्शन है, जे मान लो कि A नूं असीं लैंदे आ ग्रेटर दैन 3 लै लैंदे, मान लो कि A नूं असीं 4 5 ਜਾਂ 6 लै लैंदे आ, जे A इत्थे 4 हो गया 4 + 3 कितना बन गया, A नूं जे असीं 4 लैंदे आ 4 + 3 कितना बन गया 7, जद कि इत्थे 6 आना चाहिए। तो जे असीं 3 तो ज़्यादा कोई नंबर लैंदे आ A की वैल्यू तो वो 7 नालों 6 तो ज़्यादा बनती पई है, इसदा मतलब A है जो 4 तो छोटा ही होएगा, 4 तो छोटे छोटे नंबर देखने असीं, तो 4 तो छोटा किहड़े हो सकते 1 हो सकता 2 हो सकता या तो 3 हो सकता। 3 हो नहीं सकता क्योंकि नंबर रिपीट हो चुका। ठीक है, जे A नूं असीं 1 लै, इसदा मतलब 7 + 4 कितना बन गया 11, इत्थे 1 आ गया तो कैरी भी कितना आएगा 1 बन जाना सी। फिर तो ए दा मतलब A कितना आ गया 1, इत्थे 1 हो गया सी, फिर 1 3 + 1 कितना बन गया 4, 4 + 1 कितना बन गया 5, फिर इत्थे 5 बनता सी, जद कि सानूं कितना गिवन इत्थे 6 गिवन है। इस करके A की जो वैल्यू 1 भी नहीं हो सकती, 3 भी नहीं हो सकती। हुण साडे कोल किहड़ी ऑप्शन बची 2 ऑप्शन बची। हुण मैं A नूं 2 लैके देख लैंदी हाँ, जे 2 लैके देखिया हुण देखो कितना इत्थे इत्थे कितना बन गया 2, B नूं कितना लैके देखना असीं देखदे हां,
इत्थे कितना बन गया 3, ए बन गया 7, इत्थे ए कितना आ गया 2 आ गया। हुण देख इत्थे 5 बनना क्योंकि 7 5 12 होंदे ते 2 आ जाएगा, कैरी अगे 1 आ जाएगा। ठीक है, हुण कितना बन गया 3 + 2 + 3 कितना बन गया 6 आ गया। सो बेटा इत्थे नंबर भी साडे कोल कितना 6 ही है। ਇਹਦਾ मतलब की हो गया ए दी वैल्यू कितनी आ गई 2 ਤੇ बी दी वैल्यू जो है साडे कोल 5 आ गई। फिफ्थ क्वेश्चन देखो, ए बी किहड़े नंबर पता करने आ, ए फाइंड करना, बी फाइंड करना ते सी फाइंड करना। ए बी ते सी ये चीज़ां असीं फाइंड आउट करनियां। हुण इहदे विच की है फिफ्थ क्वेश्चन दे विच ए बी इंटू 3 इत्थे बी है, मतलब कि इस नंबर नूं 3 नाल जदों मल्टीप्लाई कीता ते सेम नंबर आना चाहिए। 3 नूं देखो बेटा जे मान लो मैं 3 नूं 2 नाल मल्टीप्लाई कर दिंदी तां 6 आंदा पिया। हुण सेम नंबर देखो किसी नंबर नूं जदों असीं नंबर नाल मल्टीप्लाई करदे सेम नंबर आवे वो जां तां 0 हुंदा नंबर जां तां 5 हो सकदा। मान लो कि बी 0 होएगा जां तां 5 होएगा। तद ही इदां होएगा ना, देखो जो 0 नूं असीं 3 नाल मल्टीप्लाई करांगे तां आंसर 0 आएगा। जिहड़ा आ नंबर उही ए नंबर होना चाहिए, क्योंकि जिहड़ा ए नंबर है उही ए वाला नंबर है। तो जां तां फिर असीं इहनूं 5 लईए जां तां बी हो सकदा 5। किद्दां कि जे असीं बी नूं 5 लिया, इत्थे कितना 3 आ, 3 नूं 5 नाल मल्टीप्लाई कीता ते 15 हुंदा, फिर इत्थे 5 बनदा। ठीक है, हुण 2 कंडीशनस आ गई बी दियां, जां तां 0 जां तां बी की हैगा 5 है। बी नूं 0 लैके देख लो। हुण जे असीं बी नूं 0 लैके देखिया तो तुहाडे कोल देखो नंबर की बनदा है, इत्थे आ गया 0, इत्थे बन गया 3, जे 3 नूं 0 नाल मल्टीप्लाई कीता तो कितना बन गया इत्थे 0। हुण इत्थे की है नंबर सेम होना चाहिए, इत्थे ए आ ते इत्थे भी ए होना चाहिए, इत्थे 3 आ। सेम नंबर मैं तुहानूं दसदा किहड़े हुंदे, जे इहनूं इन्ना मल्टीप्लाई कीता ते इहनूं इन्ना मल्टीप्लाई करके आंसर यही वाला आंदा, जां तां 0 हुंदा जां तां 5 होएगा। 0 असीं लै चुके हां, ए नूं बी नूं 0 असीं लै चुके हां, बी दी ऑप्शन साडे कोल किहड़ी बची होर ए दी 5, इत्थे असीं 5 लैके देखदे हां। 5 नूं 3 नाल मल्टीप्लाई कीता 5 ते 15 हुंदे ते इत्थे बन गया 5, तो बिल्कुल ठीक है बेटा, हुण कंडीशन सैटिस्फाई हो गई। तो इस तरह जो है साडे कोल ए दी वैल्यू जो है वो 5 आ गई, बी कितना बन गया 0 तो सी कितना आ गया 1। ठीक है बेटा, क्लीयर हो गया सब नूं कि बी इंटू 3 जे सेम नंबर दे रहा मल्टीप्लाई करन ते वो नंबर सिर्फ 2 ही हो सकते, जां तां 0 जां तां 5 हो सकते हैं। क्यों? क्योंकि देख लो 0 नूं 3 नाल मल्टीप्लाई करिए तो 0 जिहड़ा नंबर इत्थे आ उही नंबर इत्थे आ, जां तां 5 नूं 3 नाल मल्टीप्लाई करिए तो कितना बनता 15। यूनिट डिजिट देखो जिहड़ा नंबर इत्थे लिया उही इत्थे आया। बाकी कोई भी नंबर लैके देख लो, 1 लैके देख लो, 1 इंटू 3 करोगे तो 3 आएगा। जो नंबर असीं इत्थे लै रहे हैं वो वाला ए नंबर नहीं बन रहा। जे असीं 2 लै रहे हैं, 2 नूं 3 नाल मल्टीप्लाई करके देते 6, फिर भी नहीं बन रहा। सो जदों भी तुहाडे कोल इदां प्रोडक्ट दे विच इत्थे नंबर सेम आवे तां वो नंबर जां तां 0 लओगे तुसीं जां तां 5 लओगे। ये बेटा तुसीं अपने माइंड 'च रखना है। हुण साडे कोल है 6th क्वेश्चन नंबर 6, इहदे विच भी असीं की फाइंड आउट करना है, जां तां बी 5 हो सकदा है, जां तां बी की हो सकदा है 0 हो सकदा है। बी दे लई 2 कंडीशनस आ गईयां इत्थे, जां तां बी 0 हो सकदा है, जां तां बी 5 हो सकदा है। जे असीं बी नूं 0 लैके चलदे हां, इत्थे ए है, इत्थे 0, इत्थे 5 है, इहनूं 0 नाल मल्टीप्लाई कीता ते इत्थे बन गया 0। इत्थे भी की साडे कोल हुण इत्थे ए नूं इहदे नाल मल्टीप्लाई करिए तो सेम नंबर है, सेम नंबर के वास्ते 0 असीं लै नहीं सकते क्योंकि 0 ऑलरेडी लै चुके हैं। 5 नूं 5 नाल मल्टीप्लाई किया कितना हुंदा 5 गुणा 5 गुणा 5 5 5 25 हुंदे आ। इत्थे बन गया 5 ते इत्थे कितना बन गया 2। सो 250 आएगा उस केस दे विच। किस केस दे विच जदों ए नूं 5 ते बी नूं असीं की लैंदे आ 0, 250। सो बेटा ए वाला इहदा आंसर बनेगा 250। ए 5 है, बी 0 है एंड सी किहड़ा नंबर है जो इत्थे आ रहा, देखो सी किहड़ा नंबर है जो इत्थे आ रहा। सो सी कितना आ गया तुहाडे कोल 2 बन गया। ईजी एंड इंटरस्टिंग क्वेश्चनस बेटा, माइंड लगता है क्वेश्चनस जरूर करने तुसीं। ए बी 6, हुण जो नंबर इत्थे है बी ਉਹੀ सारा नंबर इत्थे आ रहा। हुण देखदे इहनूं किद्दां करना, मतलब किन्ने नंबर असीं फाइंड आउट करने, 2 नंबर किहड़े किहड़े, एक ए ते दूसरा नंबर किहड़ा बी। ये नंबर असीं फाइंड आउट करने हैं। 7th क्वेश्चन देखो, बी इंटू 6 इज इक्वल टू बी। पहली कंडीशन की बन रही है, बी इंटू 6 इज इक्वल टू बी। 6 नाल मल्टीप्लाई करिए, देखो एक पहला बी नूं 1 लैके देखते हैं। 1 इंटू 6 इज इक्वल टू 6 नहीं बन रहा क्योंकि जिहड़ी नंबर इत्थे लै रहे उही इत्थे आना चाहिए। इसदा मतलब बी जिहड़ा है वो बी जो है 1 नहीं हो सकता। बी नूं देखो 2 लैके देखो, 2 इंटू 6 6 दूणी 12, इकाई का अंक 2 आ गया। ਇਹਦਾ मतलब ਤੁਹਾਡੇ ਕੋਲ बी है जो वो
2 हो सकता है। अगे देख लें 3 लैके देखो 3 इंटू 6 6 ती 18 इकाई का अंक बराबर नहीं बनता। इसका मतलब बी जो है वो 3 भी नहीं बन सकता। ठीक है 3 एंड 8 इतने सेम नहीं है। हुण 4 लैके देखो 4 इंटू 6 6 इंटू 4 कितना बन गया 24। हुण देखो सेम बनता पाया जो नंबर इत्थे उही नंबर इत्थे मतलब बी 4 भी हो सकता है। फिर उस तो बाद असी 5 लैके देखो 5 इंटू 6 ये कितना बन गया 30 5 नंबर नहीं हो सकता। तो 6 लैके देख लो 6 लैके देख लो हुण नंबर बी इंटू 6 6 इंटू 6 ये कितना बन गया 36 ये भी की है सेम है। सो ਇਹਦਾ मतलब की हो गया बी है 2 भी हो सकता है 4 भी हो सकता है 6 भी हो सकता है 7 नहीं हो सकता। क्यों क्योंकि हुण मैं डायरैक्टली तुहानूं दस लगी सत्तू शीक 42 ਹੁੰਦੀ ਆ ਤੇ ਉਹ नंबर सेम नहीं आएगा। ठीक है 7 नहीं हो सकता 8 ਲੈ ਸਕਦੇ ਆ क्योंकि 8 ਨੂੰ 6 ਨਾਲ ਮਲਟੀਪਲਾਈ ਕਰੋ ਤਾਂ ਕਿੰਨਾ ਬਣ ਗਿਆ 8 इंटू 6 48 ਤੇ ਇਹ ਵੀ ਕਿੰਨਾ ਆ ਗਿਆ सेम बन गया। सो ਸਾਡੇ ਕੋਲ बी ਦੇ ਲਈ ਕਿਹੜੇ ਕੰਡੀਸ਼ਨਸ ਬਣ ਗਈਆਂ 2 4 6 एंड 8 ਇਹਦੇ ਵਿੱਚ ਬੀ ਕੀ ਬਣ ਸਕਦਾ। ਹੁਣ ਆਪਾਂ ਇੱਥੇ ਅਲੱਗ-ਅਲੱਗ ਵੈਲਿਊ ਰੱਖ ਕੇ ਦੇਖਣੀ ਆ 2 4 6 ਤੇ 8 ਬੀ ਨੂੰ ਜੇ ਤੁਸੀਂ ਇੱਥੇ 2 ਲੈ ਕੇ ਦੇਖਦੇ ਆ ਬੇਟਾ ਜੇ ਬੀ ਨੂੰ 2 ਲੈ ਕੇ ਦੇਖਦੇ ਆ तो 6 ਨੂੰ 2 ਨਾਲ ਮਲਟੀਪਲਾਈ ਕੀਤਾ 12 ਬਣ ਗਿਆ। ਇੱਥੇ ਕਿੰਨਾ ਆ ਗਿਆ 2 ਇੱਥੇ ਕੈਰੀ ਕਿੰਨਾ ਨਾ 1 ਫਿਰ 6 ਨੂੰ ਇਹਦੇ ਨਾਲ ਅਸੀਂ ਮਲਟੀਪਲਾਈ ਕਰਨਾ मतलब कि 6 इंटू ए प्लस 1 ਕਿਹਦੇ ਇਕੁਅਲ ਬਣਨਾ ਚਾਹੀਦਾ इज इक्वल टू बी के नाल ਅਸੀਂ 2 बनना चाहिए। ਹੁਣ ए ਦੀ ਵੈਲਿਊ ਜੇ ਅਸੀਂ ए ਨੂੰ 1 ਲੈ ਕੇ ਦੇਖੋ ਇੱਥੇ 6 इंटू 1 ਕਿੰਨਾ ਬਣ ਗਿਆ 6 ਗੁਣਾ 1 ਕਿੰਨਾ ਹੁੰਦਾ देखो ए ਨੂੰ 1 ਲਿਆ ਤੇ 1 ਬਣ ਗਿਆ प्लस 1 6 जमा 1 कितना बन गया 7 ਇਹਦਾ मतलब ए 1 नहीं हो सकता। सिमिलरली 2 लैके देखो 6 ਨੂੰ 2 ਇਹਨੂੰ 2 ਲੈ ਕੇ ਦੇਖਿਆ 6 दूनी 12 12 ਤੇ 1 13 ਕਿੰਨਾ ਬਣਨਾ ਸੀਗਾ 3 ਇੱਥੇ ਕਿੰਨਾ 2 ਆਣਾ ਚਾਹੀਦਾ। ਸੋ ਇਹ 2 ਵੀ ਨਹੀਂ ਹੋ ਸਕਦਾ ਬੇਟਾ। ਅਲੱਗ-ਅਲੱਗ ਵੈਲਿਊਜ਼ ਤੁਸੀਂ ਲੈ ਕੇ ਦੇਖੋ 1 to 9 ए ਦੀਆਂ 1 to 9 ਲੈ ਕੇ ਦੇਖੋ ਉਹਦੇ ਲਈ ਇਹ ਵਾਲੀ ਕੰਡੀਸ਼ਨ ਸੈਟੀਸਫਾਈ ਨਹੀਂ ਹੋਏਗੀ 2 ਦੇ ਕੇਸ ਵਿੱਚ। ਸੋ ਬੀ ਨੂੰ ਆਪਾਂ 2 ਨਹੀਂ ਲੈ ਸਕਦੇ। बी ਨੂੰ 4 ਲੈ ਕੇ ਦੇਖੋ ਜੇ ਤੁਸੀਂ बी ਨੂੰ 4 ਲੈ ਕੇ ਦੇਖਿਆ 6 ਚੌਕਾ ਕਿੰਨਾ ਹੁੰਦਾ 24 ਇੱਥੇ ਬਣ ਜਾਣਾ ਸੀ ਫਿਰ 4 ਕੈਰੀ ਵੀ ਕਿੰਨਾ ਆਣਾ ਸੀ 2 ਇਹਦਾ मतलब ਕੀ ਹੋ ਗਿਆ a इंटू 6 a इंटू 6 ਕਿਉਂ ਲਿਖਿਆ ਕਿਉਂਕਿ ਅਸੀਂ ਇਹਨੂੰ ਤੇ ਇਹਨੂੰ ਮਲਟੀਪਲਾਈ ਕਰਨਾ ਤੇ ਕੈਰੀ ਕਿੰਨਾ 2 ਹੈ प्लस 2 ਕਰ ਰਹੇ ਹਾਂ ਤੇ ਕਿਹਦੇ ਇਕੁਅਲ ਬਣਨਾ ਚਾਹੀਦਾ ਇੱਥੇ b मतलब कि 4 यूनिट डिजिट 4 ਆਣਾ ਚਾਹੀਦਾ ਇਹਦਾ। ਤੇ ਇੱਥੇ a ਦੀ ਵੈਲਿਊ ਜੇ ਅਸੀਂ 1 ਲੈ ਕੇ ਦੇਖੀਏ 1 इंटू 6 प्लस 2 ਕਰੋ ਤਾਂ ਕਿੰਨਾ ਬਣ ਗਿਆ 6 ਤੇ 2 8 ਇਹਦਾ मतलब कि ए 1 नहीं हो सकता। 2 ਲੈ ਕੇ ਦੇਖ ਲਓ 6 दूनी 12 12 ਤੇ 2 14 4 ਆ ਗਿਆ। ਜੇ ਮੰਨ ਲਓ ਅਸੀਂ ए ਨੂੰ ਹੁਣ 2 ਲੈ ਕੇ ਦੇਖੀਏ ਜੇ ਮੰਨ ਲਓ ਇੱਥੇ ਕਿੰਨਾ ਬਣ ਗਿਆ 2 b ਹੈਗਾ 4 ਆ ਹੈਗਾ 6 6 ਚੌਕਾ 24 4 ਹੈ 2 ਇਹਦਾ ਕੈਰੀ ਬਣ ਗਿਆ 6 दूनी 12 ਤੇ 2 14 4 ਫਿਰ ਕੈਰੀ ਕਿੰਨਾ ਆ ਗਿਆ 1 4 14 सो बेटा 2 बी मतलब देखो 4 4 सेम आ गया बट इत्थे 1 बन गया। ਇਹਦਾ मतलब की हो गया कि ए साडे कोल जो है वो 2 भी नहीं हो सकता इत्थे 2 नहीं आना ਇਹਦਾ। 3 करके देखो 6 ती 18 ਤੇ 2 20 यूनिट डिजिट 0 बन गया ए 3 भी नहीं हो सकता। 4 लैके देखो जे इत्थे 4 लिया 6 चौका कितना 24 24 ते 2 26 यूनिट डिजिट 6 है तो 4 आ सो ए 4 भी नहीं हो सकता। 5 लैके देखो ए नू 5 लैके देखा 5 इंटू 6 30 30 प्लस 2 कितना बन गया 32 यूनिट डिजिट कितना बन गया 2 बन गया जबकि इतने 4 है। सो ए जो है 5 भी नहीं हो सकता। ए नू 6 लैके देखो अगे फरदर जे ए नू 6 लैके देखा 6 इंटू 6 प्लस 2 करांगे तो ए कितना बनेगा 36 प्लस 2 कितना बन गया 38 यूनिट डिजिट कितना आ गया 8 जबकि सानू कितना यूनिट डिजिट चाहिए इकाई वाला अंक 4 चाहिए। सो ए जोड़ा है वो 6 भी नहीं होएगा। ਹੁਣ ए ਨੂੰ ਆਪਾਂ ਕੀ ਲੈ ਕੇ ਦੇਖ ਦਿੰਦੇ ਆ 7 ਲੈ ਕੇ ਦੇਖਦੇ ਆ। ਹੁਣ ਜੇ ए ਨੂੰ ਅਸੀਂ 7 ਲੈ ਕੇ ਦੇਖਿਆ ਤੇ ਦੇਖੋ ਇੱਥੇ ਰੱਖ ਕੇ 7 इंटू 6 प्लस 2 ਸੋ ਕਿੰਨਾ ਆ ਗਿਆ 7 ਨੂੰ 6 ਨਾਲ ਮਲਟੀਪਲਾਈ ਕੀਤਾ 42 42 प्लस 2 ਕਿੰਨਾ ਬਣਦਾ ਸਾਡੇ ਕੋਲ 44 ਬਣਦਾ। ਇਹਦਾ मतलब 4 ਆ ਰਿਹਾ यूनिट डिजिट। ਸੋ ਇੱਥੇ ਅਸੀਂ ए ਨੂੰ ਕਿੰਨਾ ਲੈ ਕੇ ਦੇਖ ਲੈਣਾ 7 ਲੈ ਕੇ ਦੇਖਦੇ ਆ। ਚਲੋ ए ਨੂੰ ਆਪਾਂ ਜੇ 7 ਲੈ ਕੇ ਦੇਖਿਆ ਮੈਂ ਇੱਥੇ ਚਲੋ ਲਿਖ ਦਿੰਦੀ ਆ ए ਇਹਨੂੰ ਆਪਾਂ 7 ਲੈ ਕੇ ਦੇਖਿਆ 7 b ਕਿੰਨਾ ਹੈ 4 ਇੱਥੇ ਆ ਗਿਆ 6 6 इंटू 4 ਕਿੰਨਾ ਬਣ ਗਿਆ 4 ਕੈਰੀ ਕਿੰਨਾ ਆਉਂਦਾ ਸੀ 2 ਇਹ ਕਿੰਨਾ ਬਣ ਗਿਆ 42 ਤੇ 42 42 प्लस 2 ਕਿੰਨਾ ਬਣ ਗਿਆ 44। ਸੋ ਬੇਟਾ ਕੰਡੀਸ਼ਨ ਸੈਟੀਸਫਾਈ ਹੋ ਗਈ ਜਿਹੜਾ ਨੰਬਰ ਇੱਥੇ ਆ ਉਹੀ ਨੰਬਰ ਇੱਥੇ ਹੋਣੇ ਚਾਹੀਦੇ ਆ। ਦੇਖੋ b ਇੱਥੇ b ਆ b b b ਇੱਥੇ 4 ਆ 4 4 4। ਅੱਗੇ 8th क्वेश्चन देखो की है
ਇਹਦੇ ਵਿੱਚ ਕੀ b +1 0 ਆ ਰਿਹਾ, b +1 ਆ ਰਿਹਾ 0 ਅਤੇ ਇੱਥੇ a +1 ਆ ਰਿਹਾ b। ਇਹਦਾ ਮਤਲਬ ਜੋ ਨੰਬਰ ਇੱਥੇ ਉਹੀ ਨੰਬਰ ਇੱਥੇ ਆਉਣਾ ਚਾਹੀਦਾ। ਹੁਣ ਕੀ ਹੈ ਕੰਡੀਸ਼ਨ ਦੇਖੋ, b 0 ਆ ਰਿਹਾ ਜਾਂ b ਦੇਖੋ ਕੀ ਬਣ ਸਕਦਾ 9 ਬਣ ਸਕਦਾ। ਜੇ b 9 ਅਸੀਂ ਇੱਥੇ ਲੈ ਲਿਆ 9 + 1 ਕਿੰਨਾ ਹੁੰਦਾ 10, 0 ਕੈਰੀ ਕਿੰਨਾ ਬਣ ਗਿਆ 1 ਬਣ ਗਿਆ। ਫਿਰ ਇੱਥੇ ਕਿੰਨਾ 1 1 + 1 2 2 ਹੋ ਗਿਆ ਅਤੇ b ਬਣਨਾ ਚਾਹੀਦਾ 9 ਅਤੇ 2 ਦੇ ਵਿੱਚ ਹੋਰ ਕਿੰਨਾ ਨੰਬਰ ਅਸੀਂ ਐਡ ਕਰੀਏ ਤਾਂ ਕਿ 9 ਬਣ ਜੇ, ਉਹ ਹੋ ਸਕਦਾ 7। ਦੇਖੋ ਬੇਟਾ ਜੇ ਆ 1 ਹੈ, b ਨੂੰ ਮੈਂ ਲੈ ਲਿਆ 9, a ਨੂੰ ਮੈਂ ਲੈ ਲੈਂਦੀ ਹਾਂ 7 ਅਤੇ ਇੱਥੇ ਆ ਗਿਆ 1, 9 + 1 ਬਣ ਗਿਆ 10, 0 ਠੀਕ ਹੈ, ਇੱਥੇ 0 ਬਣ ਗਈ। ਕੈਰੀ ਕਿੰਨਾ ਆ ਗਿਆ 1, 7 + 8 + 9 ਇਹ ਬਣ ਗਿਆ 9। ਸੋ ਜੋ ਨੰਬਰ ਅਸੀਂ ਇੱਥੇ ਲੈ ਰਹੇ ਹਾਂ ਉਹੀ ਨੰਬਰ ਇੱਥੇ ਆਉਣਾ ਚਾਹੀਦਾ। ਇੱਥੇ b ਹੈ ਅਤੇ ਇੱਥੇ ਵੀ b ਆ। ਇਹਦਾ ਮਤਲਬ ਕੀ ਹੋ ਗਿਆ ਕਿ a ਦੀ ਜੋ ਆਪਸ਼ਨ ਹੈ ਉਹ 7 ਆਏਗੀ ਅਤੇ b ਦੀ ਜੋ ਆਪਸ਼ਨ ਹੈ ਉਹ ਆਏਗੀ 9। 8th ਕੁਐਸਚਨ ਵੀ ਹੋ ਗਿਆ। 9th ਕੁਐਸਚਨ ਦੇਖ ਲਓ। 9th ਵਿੱਚ ਕੀ ਹੈ b ਪਲੱਸ ਹੋ ਰਿਹਾ b + 1 = 9, b + 1 ਹੁਣ ਜਾਂ ਤਾਂ 7 7 + 1 ਕਿੰਨਾ ਬਣਦਾ 8। b ਨੂੰ 7 ਇੱਥੇ ਰੱਖ ਕੇ ਦੇਖ ਲੈਂਦੇ ਹਾਂ, b ਹੋ ਗਿਆ 7 ਇੱਥੇ ਹੋ ਗਿਆ 1, 7 + 1 ਹੋ ਗਿਆ 8। ਜੇ b 7 ਆ ਇੱਥੇ ਜਿੰਨਾ b ਹੈ ਉਹ ਵੀ ਇੱਥੇ ਇੰਨਾ ਹੀ ਹੈ, ਜੇ ਇੱਥੇ 7 ਆ ਤਾਂ ਇੱਥੇ ਵੀ ਕਿੰਨਾ ਆ ਗਿਆ ਇਹ ਬਣ ਗਿਆ ਇੱਥੇ ਵੀ 7। ਇੱਥੇ ਕੀ ਹੈ ਸਾਡੇ ਕੋਲ a, ਇੱਥੇ ਆ ਗਿਆ 1, ਇੱਥੇ ਹੈ 2, ਇੱਥੇ ਹੈ a ਅਤੇ ਇੱਥੇ ਹੈ b ਕਿੰਨਾ ਹੈ 7 ਆਪਾਂ ਸਪੋਜ਼ ਕੀਤਾ ਹੋਇਆ, ਇੱਥੇ ਵੀ 7 ਹੀ ਬਣੇਗਾ। ਹੁਣ ਸਾਨੂੰ ਕੀ ਚਾਹੀਦਾ a ਪਤਾ ਕਰਨਾ ਸੀ। ਹੁਣ 7 + 1 ਆ ਗਿਆ 8। ਹੁਣ 7 ਦੇ ਵਿੱਚ ਕੀ ਨੰਬਰ ਐਡ ਕਰੀਏ ਤਾਂ ਕਿ ਇੱਥੇ 1 ਬਣੇ, 4 ਹੋ ਸਕਦਾ, ਉਹ 4 ਹੋ ਸਕਦਾ a। ਜੇ ਇਹਨੂੰ 4 ਲੈ ਲਿਆ 7 + 4 ਕਿੰਨਾ ਹੁੰਦਾ 11, 1 ਆ ਗਿਆ ਕੈਰੀ ਵੀ ਕਿੰਨਾ ਆ ਗਿਆ 1 ਅਤੇ ਇੱਥੇ ਮੈਂ a ਨੂੰ ਕਿੰਨਾ ਲਿਆ ਹੋਇਆ 4 ਲਿਆ ਹੋਇਆ, ਠੀਕ ਹੈ ਨਾ, a ਨੂੰ ਮੈਂ 4 ਲੈ ਲਿਆ। ਹੁਣ ਕਿੰਨਾ ਬਣ ਗਿਆ 4 + 2 6, 6 + 1 7 ਠੀਕ ਹੈ। ਕੰਡੀਸ਼ਨ ਸੈਟਿਸਫਾਈ ਹੋ ਗਈ ਹੈ। ਇਹਦਾ ਮਤਲਬ ਕੀ ਹੋ ਗਿਆ a ਜੋ ਹੈ ਸਾਡੇ ਕੋਲ ਆ ਗਿਆ 4 ਅਤੇ b ਜੋ ਹੈ ਉਹ ਕਿੰਨਾ ਆ ਰਿਹਾ ਹੈ 7। ਬੇਟਾ ਲਾਸਟ ਕੁਐਸਚਨ ਇਹਦਾ 16.1 ਦਾ, ਇਹ ਵੀ ਤੁਹਾਡੇ ਕੋਲ ਈਜ਼ੀ ਹੈ। ਹੁਣ ਇੱਥੇ ਕਿੰਨਾ ਹੈ b, ਦੋ ਅਸੀਂ ਐਲਫਾਬੈਟਸ ਦੋ ਅਸੀਂ ਨੰਬਰ ਫਾਈਂਡ ਆਊਟ ਕਰਨੇ ਆ a ਐਂਡ b, a ਅਤੇ b ਅਸੀਂ ਫਾਈਂਡ ਆਊਟ ਕਰਨੇ ਆ। ਇੱਥੇ b ਆ ਇੱਥੇ 9 ਆ, a ਅਤੇ b ਕਿਹਦੇ ਇਕੁਅਲ ਆ 9 ਦੇ ਇਕੁਅਲ ਹੈ, ਠੀਕ ਹੈ। ਦੋਨੋਂ ਅਸੀਂ ਇੱਥੇ ਫਾਈਂਡ ਆਊਟ ਕਰਨੇ ਆ, ਇਹਨੂੰ ਫਿਲਹਾਲ ਅਸੀਂ ਨਹੀਂ ਛੇੜਦੇ। ਆਹ ਵਾਲੀ ਕੰਡੀਸ਼ਨ ਲੈ ਲੈਂਦੇ ਆ ਕਿ a + 2 = 0, 2 + a = ਕਿੰਨਾ ਬਣ ਰਿਹਾ 0, ਠੀਕ ਹੈ। 8 ਕਰਕੇ ਦੇਖ ਸਕਦੇ ਹਾਂ ਕਿਉਂਕਿ 2 + 8 ਕਿੰਨਾ ਬਣਦਾ ਹੁੰਦਾ 10 ਅਤੇ ਇਹਦਾ ਆਪਣਾ ਯੂਨਿਟ ਡਿਜਿਟ ਕਿੰਨਾ 0 ਆ। ਅਤੇ ਜੇ ਅਸੀਂ a ਨੂੰ ਇੱਥੇ 8 ਲੈ ਰਹੇ ਹਾਂ ਇਹਦਾ ਮਤਲਬ ਇੱਥੇ a 8 ਬਣ ਗਿਆ ਅਤੇ ਇੱਥੇ 9 ਆ ਅਤੇ b ਕਿੰਨਾ ਬਣ ਜਾਏਗਾ 1 ਬਣ ਜਾਏਗਾ, ਠੀਕ ਹੈ। ਸੋ ਇੱਥੇ ਕੰਡੀਸ਼ਨ ਅਸੀਂ ਲੈ ਕੇ ਦੇਖ ਲੈਂਦੇ ਹਾਂ। ਇਹ a ਦੀ ਜਗ੍ਹਾ 'ਤੇ ਕਿੰਨਾ ਆ ਗਿਆ 8, b ਦੀ ਜਗ੍ਹਾ 'ਤੇ ਕਿੰਨਾ ਆ ਗਿਆ 1, ਇੱਥੇ ਹੈ 2, ਇੱਥੇ a ਨੂੰ ਅਸੀਂ ਕਿੰਨਾ ਲੈ ਰਹੇ ਹਾਂ 8, 8 + 1 ਬਣ ਗਿਆ 9, 8 + 2 10, 0 ਕੈਰੀ 1 ਬਣ ਗਿਆ। ਇੱਥੇ ਕਿੰਨਾ ਨੰਬਰ 1, ਇੱਥੇ ਹੈ 6, 6 + 1 7, 7 + 1 8, ਠੀਕ ਹੈ। ਇਹੀ ਸੇਮ ਆ ਗਿਆ ਜੋ a ਇੱਥੇ ਹੈ ਜੋ ਇੱਥੇ ਹੈ ਅਤੇ ਉਹੀ ਨੰਬਰ ਇੱਥੇ ਹੈ, ਤਿੰਨੋਂ ਨੰਬਰ ਸੇਮ ਆ ਵਾਲੇ ਤਿੰਨੋਂ ਨੰਬਰ ਸੇਮ ਹੋਣੇ ਚਾਹੀਦੇ 8 8 8। ਸੋ ਜੋ ਅਸੀਂ ਸੋਚਿਆ ਬਿਲਕੁਲ ਠੀਕ ਸੋਚਿਆ। ਇਹਦਾ ਮਤਲਬ ਕੀ ਹੋ ਗਿਆ a ਦੀ ਵੈਲਿਊ 8 ਆ ਗਈ, b ਦੀ ਵੈਲਿਊ ਤੁਹਾਡੇ ਕੋਲ ਕਿੰਨੀ ਬਣ ਗਈ 1। ਸੋ a 8 ਐਂਡ b 1 ਇਜ਼ ਦਾ ਰਾਈਟ ਆਂਸਰ। ਹੁਣ ਅਸੀਂ ਮੂਵ ਕਰਦੇ ਹਾਂ 16.2 ਵੱਲ। 16.2 ਵੀ ਬੇਟਾ ਤੁਹਾਨੂੰ ਸਮਝਾਉਣ ਲੱਗੀ ਹਾਂ, ਵੀ ਬਹੁਤ ਈਜ਼ੀ ਹੈ। ਦੇਖੋ ਤੁਸੀਂ ਉਹਨੂੰ ਕਿੱਦਾਂ ਸੋਲਵ ਕਰਨਾ ਹੈ। ਤਾਂ 16.2 ਦੀ ਐਕਸਰਸਾਈਜ਼ ਤੋਂ ਪਹਿਲਾਂ ਕੁਝ ਕੁ ਇੰਪੋਰਟੈਂਟ ਚੀਜ਼ਾਂ ਦੱਸਣੀਆਂ ਜ਼ਰੂਰੀ ਹੈ। ਇਹਦੇ ਵਿੱਚ ਇਹ ਦੇਖੋ 16.5 ਕੀ ਹੈ ਭਾਗਯੋਗਤਾ ਦੀ ਪੜਤਾਲ। ਡਿਵਿਜ਼ੀਬਿਲਟੀ ਰੂਲ ਹੈ, ਤੁਹਾਨੂੰ ਦੱਸਣਾ ਪਹਿਲਾਂ ਕਿ 10 ਦੇ ਨਾਲ ਭਾਗਯੋਗਤਾ ਵੀ ਕੋਈ ਨੰਬਰ 10 ਦੇ ਨਾਲ ਡਿਵਿਜ਼ੀਬਲ ਹੈ ਜਾਂ ਨਹੀਂ, ਇਹ ਸਾਨੂੰ ਕਿੱਦਾਂ ਪਤਾ ਚੱਲਦਾ। ਅਤੇ ਉਹਦੇ ਵਾਸਤੇ ਦੇਖੋ ਕੋਈ ਨੰਬਰ 10 ਦੇ ਨਾਲ ਭਾਗਯੋਗ ਕਦੋਂ ਹੁੰਦਾ ਹੈ, ਜਦੋਂ ਉਸ ਦੇ ਇਕਾਈ ਦਾ ਅੰਕ ਕੀ ਹੋਵੇ 0। ਇਹ ਚੀਜ਼ ਬੇਟਾ ਤੁਸੀਂ ਯਾਦ ਰੱਖਣੀ ਹੈ, ਇੰਪੋਰਟੈਂਟ, ਠੀਕ ਹੈ। ਕੋਈ ਨੰਬਰ ਮੰਨ ਲਓ 10 ਹੈ, 20 ਹੈ, 100 ਆ ਗਿਆ,
50 आ गया, उन्होंने इकाई का अंक 0, जे इकाई का अंक 0 बन गया यदा मतलब की हो गया कि नंबर जो है वो 10 के नाल डिवाइड हो जाता है। 10 नाल डिवाइड मतलब 10/10, 10 में 10 नाल भाग की तो आंसर कितना आंदा 1। ठीक है, पिछला यूनिट डिजिट कितना सी 0 सी, इकाई का अंक 0 है तो नंबर जोड़ा है वो 10 के नाल भागयोग हो जाता है। ठीक है, ये हो गया तुहाडे कोल 10 के नाल भागयोगता। अगे तुहानूं आ गई 5 के नाल भागयोगता, 5 के नाल। हुण कोई नंबर 5 के नाल भागयोग कदों हुंदा है, जदों जे किसी संख्या का इकाई का अंक 5 या फिर की होवे 0 बन जाए। इकाई का अंक 5 या 0 तो वह संख्या की हुंदी 5 के नाल भागयोग हुंदी है। जिद्दां कि 5 10 15, 10 हो गया, 15 हो गया, 20 हो गया, 25 हो गया। देखो इकाई का अंक कितना 0 5 0 5 5 का टेबल ही है बेटा ये से ये नंबर 5 के नाल डिविजिबल है, 5 नाल असीं इहनूं भाग कर सकते हैं। सो इकाई का अंक 0 या 5 होवे तो वह नंबर किहदे नाल असीं डिवाइड कर सकते हैं 5 के नाल। वो नंबर भाजयोग हुंदे आ। अगे आ गई 2 नाल भागयोगता। डिविजिबिलिटी रूल बाय 2 असीं किद्दां दस सकते हैं कि जिहड़े नंबर ईवन नंबर हुंदे, जिस संख्यावां देखो जिहड़े 2 के टेबल ते चले जाते 2 नाल भाग हो जाते हैं, वो की हुंदे 2 4 6 8 10 12। मतलब कि जिन्हां दे इकाई का अंक की होवे, देखो ਇਹਦਾ कितना इकाई का अंक 0 है, ਇਹਦਾ कितना 2, ਇਹਦਾ कितना 4, ਇਹਦਾ कितना 6, ਇਹਦਾ कितना 8। 0 2 4 6 8 उस तो बाद नंबर जोड़े रिपीट होने लग गए, फिर 0 आ गया, फिर 2 आ गया। ਇਹਦਾ मतलब की हो गया कि वो वाले नंबर जिन्हां दे इकाई का अंक कितना हो जाए 2 4 6 8 या 0, वो नंबर किहदे नाल डिविजिबल होंदे आ 2 दे नाल डिवाइड असीं कर सकते हैं। ठीक है, सो एक संख्या टांक कदों हुंदी है, जदों इहदी इकाई का अंक कितना होवे 1 3 5 7 या 9। ये वालियां जिहड़ियां ये वाले नंबर से की आ ईवन नंबर जिस संख्यावां ये। सो असीं क्या कंक्लूड कर सकते हैं, इंपॉर्टेंट जे किसी संख्या की इकाई का अंक 0 2 4 6 या 8 होवे तो वह संख्या 2 नाल भाजयोग हुंदी है। हैडिंग के अंडर बेटा तुहानूं 2 भाजयोग दो नंबरस के डिविजिबिलिटी रूल का पता होना चाहिए। एक हो गए 9 नाल भाजयोगता तो एक हो गए 3 के नाल। 9 तो 3 के नाल असीं कदों कह सकते कि कोई दो नंबर जिहड़े हैगे 9 के टेबल ते 5 के टेबल ते जांदे आ, उहनूं असीं कह सकते हैं कि जदों कोई भी नंबर असीं लिया वो नंबर जिद्दां मान लो 3 5 7 3 कोई नंबर है असीं इहनूं लिया, ये नंबर के किहड़े डिजिट हैगे आ 3 है 5 है 7 ते 3 है। इन्हां सारिਆਂ ਨੂੰ ऐड किया 3 + 5 + 7 + 3 जिन्ना भी नंबर है जी, देखो कितना नंबर सी 3 5 7 3। इन्हां दे डिजिट्स ਨੂੰ ऐड कर दिता। ऐड करन तो बाद जिहड़ा इन्हां दा आंसर आया, जिद्दां इहदा आंसर कितना आया 18, इन्हां दा जो आंसर आया 18, ये 3 के टेबल ते भी जा रहा तो 9 के टेबल ते भी जा रहा। सो जो ऐड करन तो बाद इन्हां दे डिजिट्स ਨੂੰ ऐड करन तो बाद नंबर जे 3 ਦੇ ਨਾਲ ਜਾਂ 9 ਦੇ ਟੇਬਲ ਤੇ ਜਾਂਦੇ ਆ, 9 ਨਾਲ ਡਿਵਾਈਡ ਹੋ ਜਾਂਦੇ ਆ, ਤਾਂ ਇਹ ਵਾਲਾ ਪੂਰਾ ਨੰਬਰ ਵੀ ਕੀ ਹੋਏਗਾ 3 ਤੇ 9 ਤੇ ਡਿਵਾਈਡ ਅਸੀਂ ਇਹਨੂੰ ਕਰ ਸਕਦੇ ਹਾਂ। ਠੀਕ ਹੈ, ਸੰਖਿਆ 9 ਜਾਂ 3 ਨਾਲ ਭਾਜੋ ਕਦੋਂ ਹੁੰਦੀ ਹੈ, ਜਦੋਂ ਕੀ ਹੁੰਦਾ ਵਾ ਉਹਨਾਂ ਦੇ ਸੰਖਿਆਵਾਂ ਦਾ ਜੋੜ ਜੋ 9 ਜਾਂ 3 ਦੇ ਨਾਲ ਭਾਗਯੋਗ ਹੋਵੇ। हाँ जी बेटा देखो इन्होंने प्रॉपर अगे दिता होया 3 ते 9 के नाल कदों कोई संख्या भागयोग हुंदी है, जदों एक संख्या n कोई भी संख्या 9 के नाल भागयोग कदों हुंदी है, जिहदे अंकां दा जोड़ 9 नाल भागयोग होवे। संख्या सी इहदा जोड़ कितना सी 18 बन गया सी, तो ये कि 9 के टेबल ते जांदा पिया क्योंकि 9 नूं 2 नाल मल्टीप्लाई करिए 9 दूनी कितने हुंदे 18। फिर उस केस दे विच असीं कहांगे कि संख्या 9 के नाल भागयोग है। समझ आ गई। अगला पॉइंट है कि एक संख्या n संख्या 3 नाल भाजयोग कदों हुंदी है, जदों उहदे अंकां दा जोड़ की हो जाए 3 नाल भाजयोग हो जाए। सो ये बेटा तुसीं याद रखणियां गल्लां। हुण सारे डिविजिबिलिटी रूल दसते होए आ, 5 का भी दसता होया, 10 का भी दसता, 2 का भी, 3 का भी, 9 का भी। हुण इहदे नाल रिलेटिड ही अगे सम्स है, इहदे नाल रिलेटिड जो सम है दी एग्जाम्पल मैं तुहानूं दस दिंदी आ। एग्जाम्पल नंबर है 4। एक तुहानूं नंबर दिता होया ये वाला, असीं दसना कि 9 के नाल भाजयोग है जां नहीं। बेटा इहनूं इदां 9 के नाल असीं डिवाइड नहीं करना, 9 नाल डिवाइड करना लंबा पेगा। ये वास्ते साडे कोल शॉर्ट ट्रिक ही है, असीं की करना जिन्ने भी ये नंबर ये सारे डिजिट्स है सारे नूं ऐड कर लो, ये जिन्ने भी अंक आ की है 2 1 4 3 6 5 8 7 सारे विच प्लस का साइन पा दो, सारे नूं ऐड कर दो। ऐड करन तो बाद नंबर कितना आ गया 36 आ गया।
ਹੁਣ ਜੇ ਇਹਦਾ ਜੋੜ 36 ਆ ਗਿਆ, ਹੁਣ ਆਪਾਂ ਕੀ ਕਰਨਾ, 36 ਨੂੰ 9 ਦੇ ਨਾਲ ਡਿਵਾਈਡ ਕਰਕੇ ਦੇਖਣਾ। ਦੇਖੋ 36 ਨੂੰ 9 ਨਾਲ ਡਿਵਾਈਡ ਕਰਕੇ ਦੇਖਿਆ ਤੇ 9 ਚੌਕਾ ਕਿੰਨੇ ਹੁੰਦੇ 36। ਜੇ ਆਪਾਂ ਇਹਨੂੰ 9 ਕਰਾਂਗੇ ਤੇ ਕੱਟ ਕੇ ਕਿੰਨਾ ਆ ਜਾਏਗਾ 4। ਠੀਕ ਹੈ, 9 ਇਹ ਕਿੰਨਾ 9 ਦੇ ਟੇਬਲ ਤੇ ਡਿਵਾਈਡ ਹੋ ਗਿਆ। ਇਹਦਾ ਮਤਲਬ ਕੀ ਹੋ ਗਿਆ ਕਿ ਜਿਹੜੀ ਸੰਖਿਆ ਸਾਨੂੰ ਗਿਵਨ ਹੈ ਇਹ ਕੀ ਹੈਗੀ ਆ 9 ਦੇ ਨਾਲ ਭਾਜਯੋਗ ਹੈ। ਹਾਂਜੀ ਬੇਟਾ ਕੀ ਦਿੱਤਾ ਹੋਇਆ ਦੇਖੋ 2 1 y ਐਂਡ 5। ਇਹਨਾਂ ਦਾ ਅਸੀਂ ਕੀ ਕਰਨਾ ਐਡ ਕਰ ਦੇਣਾ 2 + 1 + y + 5। ਇਹ ਕਿੰਨਾ ਬਣ ਗਿਆ 8 + y ਆ ਗਿਆ ਇਹਨਾਂ ਦੇ ਅੰਕਾਂ ਦਾ ਜੋੜ। ਹੁਣ ਕੰਡੀਸ਼ਨ ਕੀ ਦਿੱਤੀ ਹੋਈ ਹੈ ਕਿ 9 ਦਾ ਗੁਣਜ ਹੈ। 9 ਦਾ ਗੁਣਜ ਮਤਲਬ ਕਿ 9 ਦੇ ਟੇਬਲ ਤੇ ਜਾਏਗਾ। 9 ਦੇ ਨਾਲ ਅਸੀਂ ਇਹਨੂੰ ਡਿਵਾਈਡ ਕਰ ਸਕਦੇ ਹਾਂ। ਹੁਣ 9 ਦੇ ਨਾਲ ਡਿਵਾਈਡ ਕਰਨ ਦਾ ਮਤਲਬ ਕਿ y ਨੂੰ ਅਸੀਂ ਕੀ ਲਿਖ ਸਕਦੇ ਹਾਂ। ਜੇ ਤਾਂ ਅਸੀਂ y ਨੂੰ 1 ਲਈਏ, y ਜੇ 1 ਆ ਗਿਆ ਤੇ 8 + 1 ਕਿੰਨਾ ਬਣ ਗਿਆ 9। ਇਹਦਾ ਮਤਲਬ y ਨੂੰ ਅਸੀਂ 1 ਲੈ ਸਕਦੇ ਹਾਂ ਤੇ y ਨੂੰ ਉਸ ਤੋਂ ਬਾਅਦ ਹੋਰ ਅਸੀਂ ਕੀ ਲੈ ਸਕਦੇ ਹਾਂ, ਮਤਲਬ ਕਿ ਸਮ ਜੋ ਬਣਨਾ ਚਾਹੀਦਾ ਵਾ 9 ਬਣਨਾ ਚਾਹੀਦਾ, 18 ਬਣਨਾ ਚਾਹੀਦਾ, 9 ਦੇ ਟੇਬਲ ਤੇ ਜਾਣਾ ਚਾਹੀਦਾ। ਇਹ 27 ਹੋਣਾ ਚਾਹੀਦਾ। ਜੇ ਅਸੀਂ y ਨੂੰ 9 ਲੈ ਲਈਏ, ਜੇ ਇੱਥੇ y ਨੂੰ ਦੇਖੋ 1 ਆ ਗਿਆ ਤੇ ਕਿੰਨਾ ਬਣ ਗਿਆ 8 + 1 9 ਬਣ ਗਿਆ। 18 ਬਣਾਉਣਾ ਹੋਵੇ ਤਾਂ ਕਿੰਨਾ ਕਰਨਾ ਚਾਹੀਦਾ ਇੱਥੇ ਤੇ y ਨੂੰ ਸਾਨੂੰ ਕਿੰਨਾ ਲੈਣਾ ਪੈਣਾ ਵਾ, y ਨੂੰ ਲੈਣਾ ਪੈਣਾ 10। y ਨੂੰ ਜੇ ਅਸੀਂ ਇੱਥੇ 10 ਲਿਆ 10 + 8 ਫਿਰ ਬਣਨਾ 18। ਠੀਕ ਹੈ, ਮਤਲਬ ਦੇਖੋ ਦੁਬਾਰਾ ਤੋਂ ਸਮਝੋ, ਜੇ 8 + 1 ਅਸੀਂ y ਨੂੰ ਲੈਂਦੇ ਤੇ 9 ਬਣਦਾ ਆ। ਜੇ ਅਸੀਂ 8 + 10 ਲੈਂਦੇ ਹਾਂ ਤੇ 18 ਬਣਦਾ। 18 ਵੀ ਜੋ ਹੈ ਉਹ 9 ਤੇ ਡਿਵਾਈਡ ਹੋ ਜਾਂਦਾ, 9 ਜੋ ਵੀ ਹੈ ਉਹ ਵੀ 9 ਤੇ ਡਿਵਾਈਡ ਹੋ ਜਾਂਦਾ। ਤੇ ਬਟ ਕੰਡੀਸ਼ਨ ਕੀ ਹੈ y ਜੋ ਇੱਕ ਅੰਕ ਹੈ, ਇੱਕ ਅੰਕ ਵਾਲੀ ਸੰਖਿਆ ਹੈ y, ਤੇ ਇਹਦੇ ਵਿੱਚ ਜੇ ਅਸੀਂ 10 ਲੈਂਦੇ ਹਾਂ ਤੇ 2 ਅੰਕ ਬਣ ਗਏ ਨਾ, ਇੱਕ ਇਕਾਈ ਦਾ ਤੇ ਇੱਕ ਦਹਾਈ ਦਾ। ਸੋ ਅਸੀਂ y ਨੂੰ 10 ਨਹੀਂ ਲੈ ਸਕਦੇ, ਅਸੀਂ y ਨੂੰ ਫਿਰ ਕੀ ਲੈ ਸਕਦੇ ਹਾਂ 1 ਲੈ ਸਕਦੇ ਹਾਂ। ਸੋ ਇਸ ਤਰ੍ਹਾਂ y ਦਾ ਆਨਸਰ ਕੀ ਆ ਗਿਆ 1 ਆ ਗਿਆ। ਹਾਂਜੀ ਬੇਟਾ ਈਜ਼ੀ ਕੁਐਸਚਨ ਹੈ। ਸਿਮਿਲਰਲੀ ਸੈਕਿੰਡ ਕੁਐਸਚਨ ਵੀ ਬੇਟਾ ਅਸੀਂ ਇਸ ਤਰ੍ਹਾਂ ਹੀ ਕਰਾਂਗੇ। ਸੈਕਿੰਡ ਦੇ ਵਿੱਚ ਦੇਖੋ ਕੀ ਦਿੱਤਾ ਹੋਇਆ 3 1 z 5 ਤੇ 9 ਦਾ ਗੁਣਜ ਹੈ। 9 ਦਾ ਮਤਲਬ ਇਹਨੂੰ 3 ਨਾਲ 9 ਦੇ ਨਾਲ ਇਹ ਡਿਵਾਈਡ ਹੋਊਗਾ, ਇਹਦਾ ਜੋ ਸਮ ਹੋਗਾ 3 + 1 + z + 5। ਇਹ ਕਿਹਦੇ ਇਕੁਅਲ ਬਣ ਗਿਆ 5 + 1 6 + 3 9 9 + z 9 + z ਬਣ ਗਿਆ। ਹੁਣ ਇਹਦਾ ਜੋ ਜੋੜ ਹੈ ਉਹ ਕਿਹਦੇ ਬਰਾਬਰ ਬਣਨਾ ਚਾਹੀਦਾ, ਕਿਉਂਕਿ 9 ਦਾ ਕੀ ਹੈਗਾ ਇੱਕ ਮਲਟੀਪਲ ਆ, 9 ਦਾ ਗੁਣਜ ਹੈ। ਕੀ ਆਉਣਾ ਚਾਹੀਦਾ ਜੋੜ 9 ਬਣਨਾ ਚਾਹੀਦਾ, 18 ਬਣਨਾ ਚਾਹੀਦਾ, 27 ਅਪ ਟੂ ਸੋ ਔਨ। ਤੇ 9 ਜੇ ਅਸੀਂ ਬਣਾਉਣਾ ਹੋਵੇ ਤਾਂ z ਨੂੰ ਅਸੀਂ 0 ਲਵਾਂਗੇ, ਕਿਉਂ 9 + 0 ਕੀ ਬਣੇਗਾ 9। 18 ਬਣਾਉਣਾ ਹੋਵੇ ਤਾਂ z ਦੀ ਵੈਲਿਊ ਕਿੰਨੀ ਆਏਗੀ 9 + 9, ਇਹ ਵੀ ਕਿੰਨਾ ਬਣੇਗਾ ਫਿਰ 18। ਠੀਕ ਹੈ, ਸੋ ਇੱਕ ਅੰਕ ਵਾਲੀ z ਕੀ ਹੈ ਇੱਕ ਅੰਕ ਵਾਲੀ ਸੰਖਿਆ ਹੈ। ਸੋ ਇਸ ਕਰਕੇ z ਦੀ ਜੋ ਵੈਲਿਊ ਜਾਂ ਤਾਂ 0 ਬਣੇਗੀ ਜਾਂ ਤਾਂ 9 ਬਣੇਗੀ। ਥਰਡ ਕੁਐਸਚਨ ਵੀ ਸਿਮਿਲਰ ਹੈ। ਥਰਡ ਕੁਐਸਚਨ ਦੇ ਵਿੱਚ ਕੀ ਹੈ 2 4 ਐਂਡ x ਤੇ ਕੰਡੀਸ਼ਨ ਕੀ ਹੈ 3 ਦਾ ਇੱਕ ਗੁਣਜ ਹੈ ਤੇ x ਕੀ ਹੈ ਇੱਕ ਅੰਕ ਵਾਲੀ ਸੰਖਿਆ ਤੇ x ਦਾ ਮੁੱਲ ਪਤਾ ਕਰਨਾ। ਹੁਣ 2 + 4 + x 4 + 2 ਕਿੰਨਾ ਬਣ ਗਿਆ 6 + x ਹੈ, ਮਤਲਬ ਇਹ 3 ਦਾ ਗੁਣਜ ਹੈ ਤੇ ਇਹਨਾਂ ਦਾ ਜੋੜ ਜੋ ਹੈ ਉਹ 3 ਦੇ ਟੇਬਲ ਤੇ ਜਾਣਾ ਚਾਹੀਦਾ। ਹੁਣ 6 + ਕਿੰਨਾ ਕਰੀਏ 6 + 1 ਕਰੀਏ ਤਾਂ 7 ਬਣਨਾ। 7 ਜੋ ਹੈ ਉਹ 3 ਦੇ ਪਹਾੜੇ ਤੇ ਨਹੀਂ ਜਾਂਦਾ। ਜੇ ਆਪਾਂ 6 + 3 ਕਰੀਏ ਤਾਂ ਕਿੰਨਾ ਬਣੇਗਾ 9। ਇਹਦਾ ਮਤਲਬ x ਕੀ ਹੋ ਸਕਦਾ 3 ਹੋ ਸਕਦਾ। 6 + 3 ਬਣੇਗਾ 9। ਉਸ ਤੋਂ ਬਾਅਦ 18 ਬਣ ਸਕਦਾ, ਨਹੀਂ 3 ਦੇ ਟੇਬਲ ਤੇ 3 ਦਾ ਗੁਣਜ ਹੈ। ਉਸ ਤੋਂ ਬਾਅਦ ਇਹਦਾ ਜੋੜ ਜੋ ਹੈ 12 ਬਣ ਸਕਦਾ। 12 ਕਿੱਦਾਂ ਬਣੇਗਾ ਜੇ ਅਸੀਂ x ਨੂੰ ਕਿੰਨਾ ਲੈ ਲਈਏ 6 ਲੈ ਲਈਏ। ਸੋ x 6 ਵੀ ਹੋ ਸਕਦਾ। 6 + 6 ਕਿੰਨਾ ਬਣ ਗਿਆ 12, ਕਿਉਂਕਿ ਇੱਕ ਅੰਕ ਵਾਲੇ ਜਿੰਨੇ ਵੀ ਆਉਂਦੇ ਸੀ ਉਹ ਨੰਬਰ ਅਸੀਂ ਕੰਸੀਡਰ ਕਰਨੇ ਆ। ਉਸ ਤੋਂ ਬਾਅਦ 6 ਦੇ ਵਿੱਚ ਕਿੰਨਾ ਨੰਬਰ ਐਡ ਕਰੀਏ ਤਾਂ ਕਿ ਉਹ 3 ਦੇ ਟੇਬਲ ਤੇ ਜਾਏ 9 ਐਡ ਕਰ ਸਕਦੇ ਹਾਂ। 6 + 9 ਜੇ ਅਸੀਂ ਕਰੀਏ ਤਾਂ ਕਿੰਨਾ ਬਣੇਗਾ 15। 15 ਵੀ ਕੀ ਹੈ ਉਹ 3 ਦੇ ਟੇਬਲ ਤੇ ਡਿਵਾਈਡ ਹੋ ਜਾਂਦਾ ਹੈ। ਸੋ ਇੱਥੇ ਕਿੰਨਾ ਆਪਾਂ x ਲੈ ਸਕਦੇ ਹਾਂ 9 ਲੈ ਸਕਦੇ ਹਾਂ। ਸੋ ਅੱਗੇ ਦੇਖ ਲਓ ਲੈ ਕੇ ਅੱਗੇ ਆਪਾਂ ਨੰਬਰ ਬੇਟਾ 12 ਆ ਸਕਦਾ, ਮਤਲਬ ਅੱਗੇ 6 ਦੇ ਵਿੱਚ ਆਪਾਂ 12 ਜੇ ਐਡ ਕਰਾਂਗੇ ਤਾਂ 18 ਆਏਗਾ। ਬਟ 12 ਹੈ ਜੋ ਬੇਟਾ ਉਹ ਇੱਕ ਅੰਕ ਵਾਲੀ ਸੰਖਿਆ ਨਹੀਂ ਹੈ। ਸੋ ਇਸ ਕਰਕੇ x ਦੀ ਵੈਲਿਊ ਜਾਂ ਤਾਂ 3 ਹੋ ਸਕਦੀ ਜਾਂ 6 ਹੋ ਸਕਦੀ ਜਾਂ ਤਾਂ 9 ਹੋ ਸਕਦੀ ਹੈ। ਦੇਖੋ 16.2 ਦਾ ਇਹਦੇ ਨਾਲ ਹੀ ਤੁਹਾਡਾ ਸਾਰਾ ਚੈਪਟਰ ਖਤਮ ਹੋ ਜਾਏਗਾ। 16th ਚੈਪਟਰ ਖਤਮ ਹੋ ਜਾਏਗਾ। ਦੇਖੋ ਇਹਦੇ ਵਿੱਚ ਕੀ ਹੈ, ਇਹ ਵੀ 3 ਦਾ ਗੁਣਜ ਦੱਸਿਆ ਹੋਇਆ ਤੇ ਨੰਬਰ ਕੀ ਹੈ 3 + 1 + z + 5। ਇਹਨਾਂ ਨੂੰ ਐਡ ਕਰੋ 5 + 1 + 3
9 प्लस Z। हुण 9 प्लस Z ਜਾਂ ਤਾਂ Z 0 ਬਣੇਗਾ, देखो ਜਾਂ ਤਾਂ Z कितना आ सकता 0। जे मैं 9 प्लस 0 लैनी हाँ तो आंसर बनता 9। तो 9 जो है वो 3 ते डिवाइड हो जाता। उस तो बाद मैं Z नूं कितना लै सकदी हाँ 3 नाल। 3 3 का गुण जो बेटा 3 3 ऐड करके देख लो Z की वैल्यू च। ਜਾਂ ਤਾਂ ਹੁਣ Z कितना हो सकता 3 हो सकता। Z 3 होंदा मतलब कितना 9 प्लस 3 ਤੇ 9 ਤੇ 3 ਕਿੰਨੇ ਹੁੰਦੇ 12। ਇਹ ਵੀ ਡਿਵਾਈਡ ਹੋ ਗਿਆ। ਉਸ ਤੋਂ ਬਾਅਦ Z ਨੂੰ ਆਪਾਂ 3 ਲਿਆ ਸੀ, 3 ਦੇ ਵਿੱਚ ਹੋਰ 3 ਐਡ ਕਰ ਲਓ 6, ਕਿਉਂਕਿ 3 ਦਾ ਗੁਣਜ ਹੈ ਨਾ, 3 ਦਾ ਪਹਾੜਾ, 3 ਦੇ ਪਹਾੜੇ 'ਚ ਡਿਫਰੈਂਸ ਦੇਖੋ 3 6 9 3 3 ਦਾ ਡਿਫਰੈਂਸ ਹੈ। ਇਸ ਕਰਕੇ ਜੇ ਆਪਾਂ ਇੱਥੇ ਪਹਿਲਾਂ 3 ਲਿਆ, ਹੁਣ ਆਪਾਂ Z ਨੂੰ ਕਿੰਨਾ ਲੈ ਸਕਦੇ ਹਾਂ 3 ਦੇ ਵਿੱਚ ਹੋਰ 3 ਐਡ ਕਰ ਲਓ, ਕਿੰਨਾ ਬਣ ਜਾਊਗਾ 6 ਬਣ ਜਾਏਗਾ। ਜੇ ਮੈਂ ਹੁਣ Z ਨੂੰ 6 ਲੈਂਦੀ ਹਾਂ ਅਤੇ 9 + 6 15 15 ਵੀ ਹੈ ਜੋ ਕਿਹਦੇ ਨਾਲ 3 ਤੇ ਡਿਵਾਈਡ ਹੋ ਜਾਂਦਾ ਹੈ। ਉਸ ਤੋਂ ਬਾਅਦ ਪਹਿਲਾਂ 6 ਲਿਆ ਸੀਗਾ, ਹੁਣ 9 ਲੈ ਸਕਦੀ ਹਾਂ ਮੈਂ। ਜੇ ਮੈਂ 9 ਲੈ ਲਿਆ ਮਤਲਬ ਹੁਣ ਮੈਂ ਲੈ ਸਕਦੀ ਇਹਨੂੰ 9। ਜੇ ਮੈਂ ਇਹਨੂੰ 9 ਲੈ ਲਿਆ Z ਨੂੰ ਅਤੇ ਸਾਡੇ ਕੋਲ ਫਿਰ ਕਿੰਨਾ ਬਣਦਾ ਇਹਦਾ 9 + 9 ਕਿੰਨਾ ਬਣ ਗਿਆ 18। ਸੋ 9 ਬੇਟਾ ਇਹ ਇੱਕ ਅੰਕ ਵਾਲੀ ਇੱਥੇ ਤੱਕ ਖਤਮ ਹੁੰਦੀ ਹੈ ਕਿਉਂਕਿ ਇੱਕ ਅੰਕ ਵਾਲਾ ਆ। ਸੋ ਇਸ ਤਰ੍ਹਾਂ ਸਾਡੇ ਕੋਲ Z ਦੀ ਜੋ ਵੈਲਿਊ ਕਿੰਨੀ ਹੋ ਸਕਦੀ ਹੈ 0 3 6 ਐਂਡ 9 ਹੋ ਸਕਦੀ ਹੈ। ਹੋਪ ਸੋ ਬੇਟਾ ਸਾਰਿਆਂ ਨੂੰ ਜੋ ਹੈ वो क्वेश्चन समझ आ गए होंगे। बेटा इन केस यू हैव एनी डिफिकल्टी यू कैन कमेंट मी इन कमेंट बॉक्स। कमेंट बॉक्स ਦੇ ਵਿੱਚ ਬੇਟਾ ਤੁਸੀਂ ਦੱਸ ਸਕਦੇ ਆ ਜੋ ਚੀਜ਼ ਨਹੀਂ ਸਮਝ ਆਈ। ਜੇ ਤੁਹਾਨੂੰ ਸਮਝ ਆ ਗਿਆ ਹੈ ਤਾਂ ਲਾਈਕ ਬਟਨ ਪ੍ਰੈਸ ਕਰ ਸਕਦੇ ਹੋ। ਜੇ ਤੁਸੀਂ ਚੈਨਲ 'ਤੇ ਨਵੇਂ ਆ ਤਾਂ ਬੇਟਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਹੋਰ ਵੀਡੀਓਜ਼ ਦੇ ਵਾਸਤੇ ਨੋਟੀਫਿਕੇਸ਼ਨ ਵੀ ਔਨ ਕਰ ਲੈਣਾ, ਬੈਲ ਆਈਕਨ ਪ੍ਰੈਸ ਕਰ ਲੈਣਾ ਤਾਂ ਕਿ ਜਦੋਂ ਵੀ ਤੁਹਾਡੇ ਸਿਲੇਬਸ ਨਾਲ ਰਿਲੇਟਡ ਮੈਂ ਅਪਲੋਡ ਕਰਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਜਾਵੇ। ਥੈਂਕ ਯੂ ਸੋ ਮਚ ਫॉर ਵਾਚਿੰਗ ਦਾ ਵੀਡੀਓ।